ਧਨ ਪਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜੁਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਿਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਧਰੋਂ ਧਰਾ ਧਰ ਪੁਨ ਪੁਨ ਸੀਸ ਜੀ, ਪੁਨ ਪੁਨ ਸੀਸ। ਬੰਦੋਂ ਬਾਰ ਬਾਰ ਜਗਦੀਸ਼। ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਹ ਕਰ ਅਨੁਰਾਗ। ਇਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਨਿਜ ਬੁਲ ਬਲ ਤੇ ਸਭ ਕਿਛ ਜਾਣਾ, ਦੇਖ ਜੋਹਰੀ ਬਹੁ ਬਿਸਮਾਨਾ। ਇਸ ਸਮ ਅਵਰ ਨ ਕੋਇ ਜਵਾਹਰ, ਇਹ ਏਕ ਜੋਤੀ ਜਿਸ ਜਾਹਰ। ਪਰਮ ਸਨਮਾਨਯੋਗ ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਕੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੇ, ਗੁਰੂ ਪਿਆਰੇ ਸਤਸੰਗੀ ਜਨੋਂ, ਆਓ ਮਹਾਰਾਜ ਜੀ ਕੀ ਅਪਾਰ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਵਿੱਤਰ ਸਥਾਨਾਂ ਤੇ ਗੁਰੂ ਇਤਿਹਾਸ ਕੀ ਜੋ ਲੜੀਵਾਰ ਕਥਾ ਹੁੰਦੀ ਹੈ, ਆਪ ਸੰਗਤਾਂ ਰੋਜ਼ਾਨਾ ਨੇਮ ਅਨੁਸਾਰ ਸਰਵਣ ਕਰਦੇ ਹੋ। ਚਲਦੀ ਆ ਰਹੀ ਲੜੀ ਤਹਿਤ ਥੋੜ੍ਹਾ ਜਿਹਾ ਸਮਾਂ ਮਹਾਰਾਜ ਜੀ ਕੇ ਜੀਵਨ ਵਰਤਾਂਤਾਂ, ਗੁਰੂ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਜੀ ਤੋਂ ਆਗਿਆ ਲਈਏ, ਗੁਰੂ ਫਤਿਹ ਨਾਲ ਸਾਂਝ ਪਾਉਣੀ, ਫਤਿਹ ਪ੍ਰਵਾਨਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ, ਆਪ ਸੰਗਤ ਸਰਵਣ ਕਰ ਰਹੇ ਸੀ ਬਾਦਸ਼ਾਹ ਔਰੰਗਜ਼ੇਬ ਦਾ ਇਤਿਹਾਸ, ਕਿ ਉਸ ਦੇ ਪਿਤਾ ਸ਼ਾਹਜਹਾਂ ਨੇ ਉਸ ਨੂੰ ਇਸ ਗੱਲੋਂ ਮਨ੍ਹਾ ਕੀਤਾ ਸੀ ਕਿ ਗੋਲਕੁੰਡਾ ਦੇ ਉੱਪਰ ਜੋ ਇਸਲਾਮੀ ਰਿਆਸਤ ਦਾ ਰਾਜਾ ਤਾਨੇ-ਸ਼ਾਹ ਹੈ, ਤੇ ਉਸ ਦੇ ਉੱਪਰ ਹਮਲਾ ਨਹੀਂ ਕਰਨਾ, ਜਿਸ ਦਾ ਮੂਲ ਨਿਵਾਸ ਹੈਦਰਾਬਾਦ ਦੇ ਅੰਦਰ ਹੈ। ਲੇਕਿਨ ਪਿਤਾ ਦੀ ਮੌਤ ਤੋਂ ਉਪਰੰਤ ਜਿਸ ਵਕਤ ਬਾਦਸ਼ਾਹ ਔਰੰਗਜ਼ੇਬ ਵਰਤਦਾ ਹੈ, ਤੇ ਫਿਰ ਉਸਨੇ ਦੱਖਣ ਦੇਸ਼ ਦੀ ਮੁਹਿੰਮ ਵੱਲ ਨੂੰ ਮੁੱਖ ਕਰ ਲਿਆ ਤੇ ਤਾਨੇ-ਸ਼ਾਹ ਤੇ ਹਮਲਾ ਕਰ ਦਿੱਤਾ। ਇੱਕ ਕਾਰਨ ਭਾਈ ਸੰਤੋਖ ਸਿੰਘ ਜੀਆਂ ਨੇ ਆਪਣੀ ਇਸ ਲਿਖਤ ਵਿੱਚ ਲਿਖਿਆ ਹੈ। ਕੁਝ ਹੋਰ ਇਤਿਹਾਸਕਾਰਾਂ ਨੇ ਆਪਣੇ ਤਰੀਕੇ ਨਾਲ ਰਾਜਨੀਤਿਕ ਕਾਰਨ ਵੀ ਸਾਂਝੇ ਕੀਤੇ ਨੇ।
ਜੋ ਭਾਈ ਸਾਹਿਬ ਜੀ ਹੋਰਾਂ ਨੇ ਆਪਣੀ ਇਸ ਮਹਾਨ ਲਿਖਤ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਉਹਦੇ ਪਾਸ ਇੱਕ ਬੇਸ਼ਕੀਮਤੀ ਜਵਾਹਰ ਹੈ, ਜਿਸ ਨੂੰ ਹਥਿਆਉਣ ਦੇ ਲਈ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਪਾਸ ਤੋਂ ਇੱਕ ਜ਼ੌਹਰੀ ਪਹਿਲਾਂ ਉਸ ਦੀ ਪਰਖ ਕਰਨ ਦੇ ਲਈ ਤੇ ਫਿਰ ਹਮਲਾ ਕਰਨ ਦੇ ਲਈ ਆਪ ਗਿਆ। ਇਸ ਵੇਲੇ ਸਾਰੀ ਬਣਤ ਬਣਾਈ। ਜਿਵੇਂ ਜੌਹਰੀ ਨੂੰ ਭੇਜਿਆ, ਉਸਨੇ ਜਾ ਕਰਕੇ ਤਾਨੇਸ਼ਾਹ ਦੇ ਨਾਲ ਮੁਲਾਕਾਤ ਕੀਤੀ। ਕੀ ਵੇਖਿਆ, ਉਹਦੇ ਹੱਥ ਦੇ ਅੰਦਰ ਇੱਕ ਮੁੰਦਰੀ ਹੈ, ਜਿਸ ਦੇ ਅੰਦਰ ਇੱਕ ਕੀਮਤੀ ਜਵਾਹਰ ਜੜਿਆ ਹੋਇਆ ਹੈ, ਜਿਸ ਦੀ ਰੌਸ਼ਨੀ ਤੋਂ ਹੀ ਉਸ ਨੂੰ ਇਲਮ ਹੋ ਗਿਆ ਕਿ ਇਹਦਾ ਮੁੱਲ ਇਤਨਾ ਜ਼ਿਆਦਾ ਹੈ ਕਿ ਔਰੰਗਜ਼ੇਬ ਦੀ ਸਾਰੀ ਸੰਪत्ति ਖਰਚ ਕੇ ਵੀ 3 ਗੁਣਾ ਮੁੱਲ ਇਸ ਦਾ ਵੱਧ ਹੈ। ਸੋ ਜਿਵੇਂ ਕਿਵੇਂ ਉਹ ਪਰਖ ਕਰਨ ਤੋਂ ਉਪਰੰਤ ਵਾਪਸ ਬਾਦਸ਼ਾਹ ਨੂੰ ਆ ਕੇ ਸਾਰੀ ਬਾਤ ਦੱਸਦਾ ਹੈ ਤੇ ਬਾਦਸ਼ਾਹ ਫਿਰ ਆਪਣੀ ਫੌਜ ਲੈ ਕਰਕੇ ਦੱਖਣ ਦੇਸ਼ ਦੀ ਮੁਹਿੰਮ ਵੱਲ ਨੂੰ ਚੜ੍ਹਦਾ ਹੈ, ਤਾਨੇਸ਼ਾਹ ਨੂੰ ਫਤਿਹ ਕਰਦਾ ਹੈ। ਸੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ, ਨਿਜ ਬੁੱਧ ਬਲ ਤੇ ਸਭ ਕੁਛ ਜਾਨਾ, ਦੇਖ ਜੋਹਰੀ ਬਹੁ ਰਾਨਾ। ਜਿਹੜਾ ਜੌਹਰੀ ਪਰਖ ਕਰਨ ਗਿਆ ਸੀ, ਜਿਸ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਭੇਜਿਆ ਸੀ, ਬਾਦਸ਼ਾਹ ਤਾਨੇਸ਼ਾਹ ਤੱਕ ਪਹੁੰਚਿਆ, ਉਹਦੇ ਨਾਲ ਮੁਲਾਕਾਤ ਕੀਤੀ। ਜਿਵੇਂ ਕਿਵੇਂ ਇਸਨੇ ਉਸ ਹੀਰੇ ਦੀ ਪਰਖ ਕੀਤੀ, ਜਵਾਹਰ ਦੀ ਪਰਖ ਕੀਤੀ ਤੇ ਬਾਦਸ਼ਾਹ ਔਰੰਗਜ਼ੇਬ ਨੂੰ ਦੱਸਣ ਲਈ ਉਤਾਵਲਾ ਹੈ। ਇਸਮ ਅਵਰ ਨ ਕੋਏ ਜਵਾਹਰ, ਇਹ ਏਕ ਜੋਤੀ ਜਿਸ ਜ਼ਾਹਰ। ਕਿ ਜਿਹੜਾ ਜਵਾਹਰ ਬਾਦਸ਼ਾਹ ਤਾਨੇਸ਼ਾਹ ਦੇ ਪਾਸ ਹੈ, ਇਹਦੇ ਵਰਗਾ ਕੋਈ ਦੂਸਰਾ ਹੋਰ ਹੈ ਨਹੀਂ ਕਿਸੇ ਬਾਦਸ਼ਾਹ ਦੇ ਪਾਸ, ਕਿਸੇ ਰਾਜੇ ਦੇ ਪਾਸ। ਕਿਉਂਕਿ ਇਹਦੇ ਅੰਦਰੋਂ ਇੱਕ ਕਿਰਨ ਪੈਂਦੀ ਹੈ ਪ੍ਰਕਾਸ਼ ਦੀ, ਤੇ ਉਹ ਕਿਰਨ ਦੱਸਦੀ ਹੈ ਵੀ ਉਹ ਮਹਾਨਤਾ, ਉਹ ਗੁਣ, ਉਹ ਵੈਲਿਊ ਕੇਵਲ ਇਸੇ ਦੀ ਹੀ ਹੈ, ਜਿਸ ਕਰਕੇ ਇਸ ਮੁਗਲ ਬਾਦਸ਼ਾਹ ਨੇ ਇਸ ਨੂੰ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ। ਪਰਖਨ ਪਿਖਨ ਕਾਜ ਨਿਜ ਕੀਨ, ਇਸ ਨੇ ਬੜੀ ਚੰਗੀ ਤਰ੍ਹਾਂ ਉਸ ਦੇ ਪਾਸ ਪਹੁੰਚ ਕਰਕੇ ਸਾਰੀ ਪਰਖ ਕੀਤੀ ਹੈ, ਵੇਖਿਆ ਹੈ। ਇਹ ਜੋ ਕਾਰਜ ਬਾਦਸ਼ਾਹ ਔਰੰਗਜ਼ੇਬ ਨੇ ਇਸ ਜੌਹਰੀ ਦੇ ਜ਼ਿੰਮੇ ਲਾਇਆ ਸੀ, ਉਹ ਇਸ ਨੇ ਪੂਰਾ ਕਰ ਦਿੱਤਾ ਹੈ ਜੀ। ਜਾਮੇ ਪਰ ਪ੍ਰਕਾਸ਼ ਲਖ ਲੀਨ, ਕਿਉਂਕਿ ਜਿਵੇਂ ਹੀ ਉਸ ਜਵਾਹਰ ਦੀ ਜਿਹੜੀ ਪ੍ਰਕਾਸ਼ ਕਿਰਨ ਹੈ ਇਹਦੇ ਜਾਮੇ ਤੇ ਪਈ, ਤੇ ਇਹਨੇ ਝੱਟ ਪਛਾਣ ਲਿਆ ਵੀ ਇਹ ਕੋਈ ਆਮ ਨਹੀਂ ਹੈ, ਬਹੁਤ ਕੀਮਤੀ ਹੈ। ਕਦਮ 50 ਤੇ ਸਭ ਜਾਣਾ, ਹੁਣ ਇਹ ਜ਼ੌਹਰੀ ਵੀ ਬਹੁਤ ਵੱਡੀ ਭਾਰੀ ਪਰਖ ਵਾਲਾ ਹੈ। 50 ਕਦਮ ਦੂਰ ਬਾਦਸ਼ਾਹ ਤੋਂ ਇਸ ਨੇ ਉਹ ਸਾਰਾ ਕੁਝ ਮਾਇਨਾ ਜੋ ਹੈ ਜਾਣ ਲਿਆ ਹੈ ਵੀ ਇਹਦਾ ਕਿਤਨਾ ਮੁੱਲ ਹੈ ਜੀ। ਜੇ ਤਿਕ ਤੋਲ ਅਰ ਮੋਲ ਮਹਾਨਾ, ਜਿੰਨੇ ਤੋਲਦਾ ਹੈ ਤੇ ਜਿੰਨੇ ਮੁੱਲ ਦਾ ਹੈ, ਇਸ ਜ਼ੌਹਰੀ ਨੇ ਆਪਣੇ ਵਿਦਿਆ ਇਲਮ ਅਨੁਸਾਰ ਇਹ ਸਭ ਕੁਝ ਪਤਾ ਕਰ ਲਿਆ ਹੈ ਜੀ। ਕਰ ਸਲਾਮ ਕੋ ਬਾਹਰ ਆਇਓ, ਫਿਰ ਜਿਵੇਂ ਕਿਵੇਂ ਤਾਨੇਸ਼ਾਹ ਨੂੰ ਇਸ ਨੇ ਸਲਾਮ ਕੀਤੀ ਤੇ ਜਿਸ ਕਾਰਜ ਲਈ ਇਹ ਗਿਆ ਸੀ ਉਸ ਨੂੰ ਬਿਨਾਂ ਦੱਸੇ ਉਹ ਸਾਰੀ ਪਰਖ ਕਰਨ ਤੋਂ ਉਪਰੰਤ ਉਹਦੇ ਦਰਬਾਰ ਤੋਂ ਵਾਪਸ ਆਉਂਦਾ ਹੈ। ਗਮਨ ਕਰਨ ਕੋ ਪੁਨ ਲਲਚਾਇਓ, ਫਿਰ ਹੁਣ ਲੋਚਦਾ ਹੈ ਵੀ ਜਿਹੜਾ ਕਾਰਜ ਮੈਨੂੰ ਬਾਦਸ਼ਾਹ ਔਰੰਗਜ਼ੇਬ ਨੇ ਦਿੱਤਾ ਹੈ ਉਹ ਕੰਮ ਤੇ ਹੋ ਗਿਆ, ਹੁਣ ਵਾਪਸ ਦਿੱਲੀ ਵੱਲ ਨੂੰ ਚਾਲੇ ਕੀਤੇ ਜਾਣਾ। ਚੱਲਿਓ ਪੰਥ ਤਰ ਤੂਰਨ ਸੋਏ, ਫਿਰ ਬਹੁਤਾ ਸਮਾਂ ਉਸ ਦੇਸ਼ ਨਾ ਰੁਕਦਾ ਹੋਇਆ ਇਹ ਵਾਪਸ ਜਲਦੀ ਹੀ ਇਸ ਦੇਸ਼ ਵੱਲ ਨੂੰ ਚੱਲ ਪਿਆ ਹੈ। ਪਹੁੰਚਿਓ ਆਏ ਬਿਲਮ ਬਿਨ ਹੋਏ, ਤੇ ਰਸਤੇ ਵਿੱਚ ਵੀ ਇਸ ਨੇ ਕੋਈ ਬਹੁਤਾ ਸਮਾਂ ਨਹੀਂ ਲਾਇਆ, ਜਲਦੀ ਹੀ ਆਪਣੇ ਸਫ਼ਰ ਨੂੰ ਤੈਅ ਕਰਦਾ ਹੋਇਆ ਵਾਪਸ ਪਹੁੰਚਦਾ ਹੈ ਜੀ। ਮਿਲਿਓ ਨੁਰੰਗੇ ਸੰਗ ਬਖਾਨਾ, ਫਿਰ ਜਿਵੇਂ ਵਾਪਸ ਆਉਂਦਾ ਹੈ ਬਾਦਸ਼ਾਹ ਔਰੰਗਜ਼ੇਬ ਨਾਲ ਇਸ ਦੀ ਮੁਲਾਕਾਤ ਹੁੰਦੀ ਹੈ, ਜਿਸ ਨੇ ਬਹੁਤ ਭਾਰੀ ਧਨ ਦੇ ਕੇ ਇਸ ਨੂੰ ਭੇਜਿਆ ਸੀ ਕਿ ਜਾ ਕੇ ਪਤਾ ਕਰ ਤਾਨੇਸ਼ਾਹ ਦੇ ਜਵਾਹਰ ਦਾ ਮੁੱਲ ਕੀ ਹੈ। ਸੋ ਵਾਪਸ ਜਿਵੇਂ ਆਇਆ, ਫਿਰ ਆ ਕੇ ਇਸ ਨੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਮੁਲਾਕਾਤ ਕੀਤੀ ਹੈ। ਭਿਖਿਓ ਜਵਾਹਰ ਪਰਖਨ ਠਾਨਾ, ਤਿਆਗ ਕਰਕੇ ਕਿਹਾ ਬਾਦਸ਼ਾਹ ਸਲਾਮਤ, ਮੈਂ ਤੇਰਾ ਦਿੱਤਾ ਹੋਇਆ ਕੰਮ ਪੂਰਾ ਕਰ ਆਇਆ। ਜਿਹੜੀ ਪਰਖ ਮੈਂ ਕਰਨ ਗਿਆ ਸੀ ਉਹ ਜਵਾਹਰ ਉਹਦੇ ਹੱਥ ਵਿੱਚ ਹੈ, ਇੱਕ ਕੀਮਤੀ ਸੋਨੇ ਦੀ ਮੁੰਦਰੀ ਵਿੱਚ ਜੜ ਕੇ ਤੇ ਉਹਨੇ ਆਪਣੇ ਹੱਥ ਵਿੱਚ ਧਾਰਨ ਕੀਤਾ ਹੋਇਆ, ਲੇਕਿਨ ਹੈ ਬਹੁਤ ਕੀਮਤੀ
ਹੈ ਵੀ ਇੱਕ ਹੀ, ਉਹ ਕਹਿ ਸਕਦੇ ਆ ਵੀ ਉਹਦੇ ਵਰਗਾ ਹੋਰ ਕੋਈ ਨਹੀਂ ਮਿਲੇਗਾ। ਮੈਂ ਬਹੁਤ ਚੰਗੀ ਤਰ੍ਹਾਂ ਉਸ ਦੀ ਪਰਖ ਕੀਤੀ ਹੈ। ਤਿਗੁਣੀ ਸਲਤਨ ਇਸ ਤੇ ਹੋਏ। ਤੇ ਜੇਕਰ ਉਹਦੇ ਮੁੱਲ ਦੀ ਹੁਣ ਆਪਾਂ ਗੱਲ ਕਰੀਏ ਤੇ ਇਸ ਸਮੇਂ ਤੇਰੀ ਸਲਤਨਤ ਦੇ ਅੰਦਰ ਜਿੰਨਾ ਕੁ ਧਨ ਪਦਾਰਥ, ਜਿੰਨੀ ਸੰਪਤੀ, ਜਿੰਨਾ ਪੈਸਾ ਆਦਿ ਕਹਿ ਲਈਏ, ਜਿਤਨਾ ਤੇਰੇ ਪਾਸ ਹੈ, ਅਗਰ ਇਸ ਤੋਂ 3 ਗੁਣਾ ਵੱਧ ਹੁੰਦਾ ਹੈ ਜਹਨੋ ਕੀਮਤ ਤਿਸ ਕੀ ਸੋਏ। ਤੇ ਫਿਰ ਇਹ ਮੰਨ ਸਕਦੇ ਆ ਵੀ 3 ਗੁਣਾ ਤੇਰੀ ਸੰਪਤੀ, ਤੇਰਾ ਪੈਸਾ, ਤੇਰੇ ਰਾਜ ਦੀ ਕੀਮਤ ਤੋਂ ਵੱਧ ਕੇ ਕੀਮਤ ਵਾਲਾ ਉਹ ਜਵਾਹਰ ਹੈ ਜੋ ਇਸ ਵਕਤ ਤਾਨੇਸ਼ਾਹ ਨੇ ਆਪਣੀ ਨਿੱਜੀ ਅੰਗੂਠੀ ਵਿੱਚ ਪਾਇਆ ਹੋਇਆ ਹੈ ਜੀ। ਕਦਮ ਪਚਾਸਨ ਖਰੇ ਨਿਹਾਰਾ। ਕਿਉਂਕਿ ਮੈਂ ਤੇ ਬਾਦਸ਼ਾਹ ਤਾਨੇਸ਼ਾਹ ਤੋਂ ਕੋਈ 50 ਕਦਮ ਦੂਰ ਖੜੇ ਹੋ ਕਰਕੇ ਇਹ ਪਰਖ ਕੀਤੀ ਹੈ ਤੇ ਉਸੇ ਵਿੱਚ ਹੀ ਮੈਨੂੰ ਇੰਨਾ ਪਤਾ ਲੱਗ ਚੁੱਕਾ ਹੈ। ਤੇ ਪ੍ਰਕਾਸ਼ ਮਮ ਜਾਮੇ ਡਾਰਾ। ਕਿਉਂਕਿ ਜਦੋਂ ਮੈਂ ਉਸ ਨਾਲ ਸਾਹਮਣੇ ਖੜੇ ਹੋ ਕਰਕੇ ਤਾਨੇਸ਼ਾਹ ਦੇ ਨਾਲ ਬਾਤ ਕਰ ਰਿਹਾ ਸੀ ਨਾ, ਤੇ ਉਹਦੇ ਜਵਾਹਰ ਦੀ ਜਿਹੜੀ ਚਮਕ ਹੈ, ਪ੍ਰਕਾਸ਼ ਦੇ ਵਿੱਚੋਂ ਕਿਰਨ ਜਿਹੜੀ ਸੀ ਉਹ ਮੇਰੇ ਜਾਮੇ ਤੇ ਆ ਕਰਕੇ ਪਈ, ਤੇ ਉਸ ਕਿਰਨ ਦੇ ਅੰਦਰ ਜਿਹੜਾ ਰੰਗ ਮੈਨੂੰ ਵੇਖਣ ਨੂੰ ਮਿਲਿਆ ਹੈ ਆਮ ਜਵਾਹਰ ਦਾ ਨਹੀਂ ਹੁੰਦਾ, ਬਹੁਤ ਬੇਮੁੱਲਾ ਜਵਾਹਰ ਹੈ ਜੋ ਉਸਨੇ ਆਪਣੇ ਪਾਸ ਆਪਣੇ ਤਨ ਤੇ ਅੰਗੂਠੀ ਵਿੱਚ ਧਾਰਨ ਕੀਤਾ ਹੈ। ਦੁਆਦਸ ਰੰਚਕ ਤੋਲ ਤਿਸੀ ਕੋ। ਕੋਈ 12 ਮਾਸੇ ਤੋਲ ਹੈ ਉਸ ਦਾ, ਜੋ ਕਿ ਮੈਂ ਅਨੁਮਾਨ ਨਾਲ ਜ਼ੋਰੀ ਦੱਸ ਰਿਹਾ ਵੀ ਮੈਂ ਦੇਖਿਆ ਹੈ ਜੀ। ਨਿਰਣੈ ਕਰੋ ਪਾਏ ਜਬ ਨੀਕੋ। ਬਾਕੀ ਦੇ ਜੇ ਤੋਲ ਦੀ ਕਰੈਕਟ ਗੱਲ ਕਰੀਏ ਵੀ ਪੂਰਾ ਤੋਲ ਕਿਤਨਾ ਹੈ, ਤੇ ਫਿਰ ਇਹ ਤੇ ਉਦੋਂ ਹੀ ਦੱਸਿਆ ਜਾ ਸਕਦਾ ਜਦੋਂ ਸਾਡੇ ਆਪਣੇ ਹੱਥ ਵਿੱਚ ਹੋਵੇਗਾ। ਭਾਵ ਜਦੋਂ ਇੱਕ ਜ਼ੋਹਰੀ ਉਸ ਨੂੰ ਲੈ ਕਰਕੇ ਆਪਣੇ ਕੰਡੇ ਤੇ ਰੱਖ ਕੇ ਤੋਲੇਗਾ, ਫਿਰ ਬਾਕੀ ਤੇ ਉਦੋਂ ਹੀ ਦੱਸਿਆ ਜਾ ਸਕਦਾ। ਪਰਖ ਅਨੁਸਾਰ ਕਹਿ ਰਿਹਾ ਹੈ ਕਿ ਕੋਈ 12 ਮਾਸੇ ਤੋਲ ਹੈ ਉਸ ਦਾ ਜੀ। ਸੁਨ ਨੁਰੰਗ ਲੈ ਬੇਲਲ ਚਾਵਤ। ਹੁਣ ਨੌਰੰਗ ਬਾਦਸ਼ਾਹ ਜਿਹੜਾ ਹੈ, ਔਰੰਗਜ਼ੇਬ ਤੇ ਪਹਿਲਾਂ ਹੀ ਬੜਾ ਲੋਭੀ ਲਾਲਚੀ ਬਾਦਸ਼ਾਹ ਹੈ। ਸੋ ਇਹਨੂੰ ਜੜੀ ਵਿੱਚ ਹੀ ਜਿੱਥੇ ਕੋਈ ਇਹਦੇ ਮਨ ਨੂੰ ਲੱਗਦੀ ਹੈ, ਫਿਰ ਇਹ ਲਲਚਾਉਂਦਾ ਵੀ ਹੁਣ ਜਲਦੀ ਤੋਂ ਜਲਦੀ ਇਹਦੇ ਤੇ ਮੇਰਾ ਅਧਿਕਾਰ ਹੋਵੇ। ਸੋ ਹੁਣ ਵੀ ਜਿਵੇਂ ਇਸਨੇ ਸੁਣਿਆ ਵੀ ਇਤਨਾ ਕੀਮਤੀ, ਤੇ ਉਹ ਵੀ ਇੱਕ ਬਾਦਸ਼ਾਹ ਦੇ ਪਾਸ ਨਾ ਹੋ ਕਰਕੇ ਇੱਕ ਰਿਆਸਤੀ ਰਾਜੇ ਦੇ ਪਾਸ, ਤਾਨੇਸ਼ਾਹ ਦੇ ਪਾਸ। ਸੋ ਜਿਵੇਂ ਇਸਨੇ ਸੁਣਿਆ, ਇਸ ਨੂੰ ਉਹਦਾ ਮੁੱਲ ਪਤਾ ਲੱਗਿਆ, ਤੇ ਫਿਰ ਇਹ ਲਲਚਾਇਆ ਵੀ ਹੁਣ ਛੇਤੀ ਤੋਂ ਛੇਤੀ ਉਹ ਮੈਨੂੰ ਪ੍ਰਾਪਤ ਹੋ ਜਾਵੇ। ਫਿਰ ਯਤਨ ਕਰਦਾ ਹੈ। ਬਿਨਾ ਉਜ ਤੇ ਸੋ ਕਿਮ ਪਾਵਤ। ਬਿਨਾ ਉਜ ਤੇ ਭਾਵ ਹੁਣ ਇਹ ਇਤਨੀ ਕੀਮਤੀ ਵਸਤੂ ਹੈ ਤੇ ਇਹ ਕਿਸੇ ਤਰੀਕੇ ਤੋਂ ਬਿਨਾ ਜਾਂ ਕੋਈ ਜੰਗ ਜੁੱਧ ਤੋਂ ਬਿਨਾ ਇੱਦਾਂ ਇਹ ਪ੍ਰਾਪਤ ਕਰਨੀ ਵੀ ਕਠਿਨ ਹੈ। ਕੋਈ ਨਾ ਕੋਈ ਵਿਉਂਤਬੰਦੀ ਤੇ ਕਰਨੀ ਪੈਣੀ ਹੈ, ਕੋਈ ਤਰੀਕਾ ਤੇ ਲੱਭਣਾ ਹੀ ਪੈਣਾ ਨਾ ਉਸ ਨੂੰ ਪ੍ਰਾਪਤ ਕਰਨ ਦੇ ਲਈ। ਸੋ ਹੁਣ ਇਹ ਸੋਚਣ ਲੱਗਾ ਹੈ ਜੀ। ਚਾਹਤ ਰਿਓ ਬਿਤਿਓ ਚਿਰਕਾਲਾ। ਚਾਹੁੰਦਾ ਰਿਹਾ, ਲੇਕਿਨ ਥੋੜਾ ਸਮਾਂ ਵਿੱਚ ਹੋਰ ਬਤੀਤ ਹੋ ਗਿਆ ਸੀ। ਅਬ ਦਿੱਲੀ ਤੇ ਭਇਓ ਨਿਕਾਲਾ। ਹੁਣ ਇਹ ਦਿੱਲੀ ਤੋਂ ਚੱਲਿਆ ਹੈ ਦੱਖਣ ਦੇਸ਼ ਦੀ ਮੁਹਿੰਮ ਨੂੰ, ਦੱਖਣ ਵਾਲੇ ਪਾਸੇ ਨੂੰ, ਤੇ ਪ੍ਰਥਮ ਇਸ ਨੇ ਜਾ ਕਰਕੇ ਗੋਲਕੁੰਡਾ ਦੇ ਰਾਜੇ ਤਾਨੇਸ਼ਾਹ ਦੇ ਉੱਪਰ ਹੀ ਹਮਲਾ ਕਰਨਾ ਹੈ, ਕਿਉਂਕਿ ਲੋਭੀ ਬਾਦਸ਼ਾਹ ਹੈ ਤੇ ਲੋਭ ਮਗਰ ਜਾਂ ਤਖਤ ਮਗਰ, ਰਾਜ ਮਗਰ ਇਹ ਕਿਸੇ ਨੂੰ ਵੀ ਕਤਲ ਕਰ ਸਕਦਾ, ਇਹਨੂੰ ਰਤਾ ਭਰ ਵੀ ਪਰਵਾਹ ਨਹੀਂ ਹੈ। ਸੋ ਜਿਵੇਂ ਹੀ ਇਹ ਪੱਛਮ ਵੱਲ ਨੂੰ, ਦੱਖਣ ਵੱਲ ਨੂੰ ਵਾਹਿਗੁਰੂ ਚੜ੍ਹਾਈ ਕਰਦਾ ਹੈ, ਤੇ ਫਿਰ ਇਹ ਜਾਂਦਾ ਹੈ ਉਸ ਪਾਸੇ ਵੱਲ ਨੂੰ। ਇਹ ਕੋਈ ਸਮਾਂ ਜਿਹੜਾ ਹੈ ਨਾ ਗੁਰਮੁਖੋ ਇਤਿਹਾਸ ਮੁਤਾਬਕ ਵੇਖਾਂਗੇ ਤੇ 1676 ਈਸਵੀ ਦਾ ਸਮਾਂ ਸਾਨੂੰ ਮਿਲਦਾ ਇਤਿਹਾਸ ਵਿੱਚ, ਜਿਸ ਵਕਤ ਇਸ ਪਾਸੇ ਵੱਲ ਫੌਜ ਲੈ ਕਰਕੇ ਚੜ੍ਹਦਾ ਹੈ ਜੀ। ਹਜੋ ਨ ਹੋਏ ਜਾਨ ਮਨ ਮੂੜਾ। ਲੇਕਿਨ ਇਸ ਨੂੰ ਸਮਝ ਨਹੀਂ ਸੀ ਵੀ ਇਸ ਪਾਸੇ ਵੱਲ ਚੱਲਿਆ ਤਾਂ ਹੈ, ਉਹ ਮੁਹਿੰਮ ਨੂੰ ਫਤਿਹ ਕਰਨਾ ਕਠਿਨ ਹੈ। ਇਹ ਜਿਵੇਂ ਇਸ ਦੇ ਪਿਤਾ ਸ਼ਾਹਜਹਾਂ ਨੇ ਰੋਕਿਆ ਸੀ ਵੀ ਉਸ ਪਾਸੇ ਵੱਲ ਕਦੇ ਫੌਜ ਲੈ ਕੇ ਚੜ੍ਹਾਈ ਨਹੀਂ ਕਰਨੀ, ਇਹ ਵੀ ਇਹ ਗਲਤੀ ਕਰ ਰਿਹਾ ਹੈ। ਅਬ ਦੱਖਣ ਕੋ ਗਇਓ ਅਰੂੜਾ। ਤੇ ਦਿੱਲੀ ਤੋਂ ਆਈ ਹੋਈ ਸਿੱਖ ਸੰਗਤ ਨੇ ਗੱਲ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀਆਂ ਨੂੰ ਸੁਣਾਈ ਕਿ ਮਹਾਰਾਜ ਹੁਣ ਦੱਖਣ ਵੱਲ ਨੂੰ ਵਿਚਰ ਰਿਹਾ ਹੈ। ਮੂਰਖ ਬਾਦਸ਼ਾਹ ਹੈ, ਪਤਾ ਨਹੀਂ ਇਸ ਨੂੰ ਵੀ ਰਾਜ ਪਾਕ ਕਿੱਦਾਂ ਚੱਲਿਆ ਕਰਦੇ ਨੇ, ਕਿਵੇਂ ਸਲਤਨਤ ਦੇ ਨਾਲ ਪਿਆਰ, ਕਿੱਦਾਂ ਪਰਜਾ ਨੂੰ ਸੁੱਖ ਦੇਈਦਾ। ਬਸ ਆਪਣੀਆਂ ਨਿੱਜੀ ਲੋੜਾਂ, ਲੋਭ ਹਿੱਤ, ਰਾਜ ਹਿੱਤ ਦੌੜ ਰਿਹਾ ਹੈ। ਸੋ ਹੁਣ ਦੱਖਣ ਵੱਲ ਨੂੰ ਚੱਲ ਪਿਆ ਹੈ। ਬੀਤੈ ਕਹਾ ਨਾ ਜਾਣਿਓ ਜਾਈ। ਹੁਣ ਅੱਗੇ ਕੀ ਬੀਤਣਾ ਹੈ ਇਹ ਸਾਨੂੰ ਨਹੀਂ ਪਤਾ, ਕਿਉਂਕਿ ਉਹ ਤੇ ਜਾ ਕਰਕੇ ਮੁਹਿੰਮ ਫਤਿਹ ਹੋਣੀ ਹੈ, ਨਹੀਂ ਹੋਣੀ, ਵਾਪਸ ਆਵੇਗਾ, ਨਹੀਂ ਆਵੇਗਾ, ਕਿਉਂਕਿ ਰਾਜੇ ਮਹਾਰਾਜੇ ਫੌਜਾਂ ਲੈ ਕੇ ਚੜ ਜਾਇਆ ਕਰਦੇ ਸਨ।
ਭਾਰੀ ਜੰਗਾਂ ਯੁੱਧ ਹੁੰਦੇ ਸਨ, ਲੇਕਿਨ ਇਹ ਕੋਈ ਨਿਸ਼ਚਾ ਨਹੀਂ ਸੀ ਵੀ ਸਾਰੇ ਦੇ ਸਾਰੇ ਜਾਂ ਮੁਖੀ ਰਾਜੇ ਸਹਿਤ ਫੌਜ ਵਾਪਸ ਆਵੇਗੀ। ਜੰਗਾਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋ ਜਾਂਦੇ ਸਨ, ਹੋਰ ਰਾਹਾਂ ਵਿੱਚ ਬਹੁਤ ਮੁਸ਼ਕਲਾਂ ਹੁੰਦੀਆਂ ਸਨ। ਚਮਾਸੇ ਦੇ ਰੁੱਤਾਂ ਦੇ ਅੰਦਰ ਜਾਂ ਬਿਮਾਰੀ ਫੈਲਣ ਕਰਕੇ ਰਾਹਾਂ ਦੇ ਅੰਦਰ ਪੜਾਵਾਂ, ਬੜੇ ਸਾਰੇ ਇਤਿਹਾਸ ਵਿੱਚ ਐਸੇ ਜ਼ਿਕਰ ਨੇ ਜਿਹੜੇ ਰਾਹਾਂ ਅੰਦਰ ਹੀ ਰਾਜੇ ਮੁੱਕ ਜਾਇਆ ਕਰਦੇ ਸਨ। ਚੜ੍ਹ ਤੇ ਗਿਆ ਹੈ ਮਹਾਰਾਜ, ਵਾਪਸ ਆਉਣਾ ਹੈ ਨਹੀਂ ਆਉਣਾ, ਤੇ ਹੁਣ ਕਾਲ ਦੀ ਖੇਡ ਹੈ, ਜਾਂ ਕਰਤਾ ਜਾਣੇ ਵੀ ਇਹ ਜਿਹੜੀ ਮੁਹਿੰਮ ਨੂੰ ਫਤਿਹ ਕਰਨ ਤੁਰਿਆ ਹੈ ਹੁੰਦੀ ਹੈ ਜਾਂ ਨਹੀਂ। ਜੀਵਤ ਆਇ ਕੇ ਤਹ ਬਿਨਸਾਈ, ਜੀਵਤ ਭਾਵ ਜਿਉਂਦਾ ਹੋਇਆ ਵਾਪਸ ਦਿੱਲੀ ਨੂੰ ਆਵੇਗਾ ਜਾਂ ਉੱਥੇ ਹੀ ਸਭ ਖਤਮ ਹੋ ਜਾਣਾ ਹੈ। ਸੁਨ ਕਰ ਸਤਿਗੁਰ ਸਹਿਜ ਸੁਭਾਏ, ਤੇ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਸਾਰੀ ਵਾਰਤਾ ਦਿੱਲੀ ਤੋਂ ਆਈ ਹੋਈ ਸਿੱਖ ਸੰਗਤ ਦੇ ਮੁਖ ਤੋਂ ਸੁਣ ਰਹੇ ਸਨ। ਉਹ ਖਾਸ ਸਿੱਖ ਜਿਹੜੇ ਇਹਦੇ ਆਸ-ਪਾਸ ਵਿਚਰਦੇ ਸਨ। ਸੋ ਜਿਵੇਂ ਉਹਨਾਂ ਨੇ ਬਾਤ ਦੱਸੀ, ਮਹਾਰਾਜੀਆਂ ਨੇ ਵਚਨ ਸੁਣੇ ਤੇ ਨਾਲ ਇਹ ਸੁਣਿਆ ਵੀ ਪਤਾ ਨਹੀਂ ਵਾਪਸ ਆਵੇਗਾ ਮਹਾਰਾਜ। ਫਿਰ ਸਹਿਜ ਸੁਭਾਅ ਹੀ ਆਪਣੀ ਮੌਜ ਵਿੱਚ ਬੈਠੇ ਬੈਠੇ ਵਿਚਾਲੇ ਗੱਲ ਚੱਲਦੀ ਹੋਈ ਬਾਤ ਦੇ ਅੰਦਰ ਇਉਂ ਕੁਝ ਵਚਨ ਕਰਦੇ ਹਨ। ਕਯੋ ਨਹੀਂ ਅਬ ਆਵਣ ਪਾਏ, ਮਹਾਰਾਜ ਸਹਿਜ ਸੁਭਾਅ ਕਹਿਣ ਲੱਗੇ, ਭਾਈ ਸਿੱਖੋ ਘਬਰਾਓ ਨਾ, ਹੁਣ ਇਹ ਵਾਪਸ ਨਹੀਂ ਆ ਸਕਦਾ। ਤੇ ਸੱਚਮੁੱਚ ਇਤਿਹਾਸ ਦਾ ਪੰਨਾ ਪੜ੍ਹੀਏ, ਤੁਰਿਆ ਜ਼ਰੂਰ ਦੱਖਣ ਦੀ ਮੁਹਿੰਮ ਨੂੰ, ਲੇਕਿਨ ਵਾਪਸ ਇਹ ਆਪ ਦਿੱਲੀ ਨਹੀਂ ਪਹੁੰਚਿਆ। ਬਹੁਤ ਲੰਬਾ ਸਮਾਂ ਇਸ ਨੇ ਉੱਧਰ ਦੀਆਂ ਜੰਗਾਂ ਫਤਿਹ ਕੀਤੀਆਂ, ਲੜਦਾ ਰਿਹਾ, ਝਗੜਦਾ ਰਿਹਾ, ਬਹੁਤ ਭਾਰੀ ਯੁੱਧ ਇਸ ਨੇ ਕੀਤੇ, ਲੇਕਿਨ ਉਹ ਮੁਹਿੰਮ ਫਤਿਹ ਨਹੀਂ ਹੋਈ। ਵਾਪਸ ਆਉਂਦਾ ਹੋਇਆ 1706 ਔਰੰਗਾਬਾਦ ਦੇ ਪਾਸ ਹੀ ਦਮ ਤੋੜ ਗਿਆ, ਦਿੱਲੀ ਨਹੀਂ ਸੀ ਪੁੱਜਿਆ। ਇਹ ਮਹਾਰਾਜ ਕੇ ਬਚਨ ਹੋ ਗਿਆ, ਭਾਈ ਸਿੱਖੋ ਜਿਵੇਂ ਤੁਸੀਂ ਕਹਿ ਰਹੇ ਹੋ ਨਾ, ਇਹ ਫੌਜ ਲੈ ਕਰਕੇ, ਭਾਰੀ ਫੌਜ ਲੈ ਕਰਕੇ ਉਸ ਮੁਹਿੰਮ ਤੇ ਚੜ੍ਹਿਆ, ਤੇ ਇਹਦੇ ਪਿਤਾ ਨੇ ਵੀ ਇਸ ਨੂੰ ਮਨਾ ਕੀਤਾ ਸੀ ਵੀ ਨਹੀਂ ਜਾਣਾ ਉਸ ਪਾਸੇ। ਸੋ ਇਹ ਚੱਲ ਤੇ ਪਿਆ ਹੈ। ਤੇ ਸੱਚ ਬਾਤ ਇਹ ਹੈ ਵੀ ਸਮਾਂ ਤੁਸੀਂ ਯਾਦ ਰੱਖਿਓ, ਇਹ ਵਾਪਸ ਹੁਣ ਇਸ ਦਿੱਲੀ ਵੱਲ ਨੂੰ ਨਹੀਂ ਆਵੇਗਾ। ਭਾਵੇਂ ਠੀਕ ਹੈ, ਬਾਦਸ਼ਾਹ ਇਹ ਹੈ, ਹੁਕਮ ਇਹਦਾ ਹੀ ਚੱਲਦਾ ਹਰ ਥਾਂ ਤੇ, ਹਰ ਵੱਡੇ ਛੋਟੇ ਕਾਰਜ ਵਿੱਚ ਪ੍ਰਵਾਨਗੀ ਇਸੇ ਦੀ ਹੁੰਦੀ ਹੈ, ਲੇਕਿਨ ਜੋ ਵਚਨ ਮਹਾਰਾਜੀਆਂ ਨੇ ਕਰ ਦਿੱਤੇ ਵੀ ਇਹ ਦਿੱਲੀ ਨਹੀਂ ਪਹੁੰਚ ਸਕਦਾ ਹੈ। ਬਹੁਤ ਬਰਖ ਕੋ ਹੈ ਹਮਗਾਮਾ, ਬਹੁਤ ਬਰਖ ਭਾਵ ਜੋ ਇਸ ਨੇ ਮੁਹਿੰਮ ਛੇੜਨੀ ਹੈ, ਬਹੁਤ ਸਮਾਂ ਇਹ ਜਿਹੜਾ ਹਗਾਮਾ ਹੈ, ਇਹ ਜਿਹੜੀ ਯੁੱਧ ਹੈ, ਇਹ ਜੰਗ ਚੱਲਣਾ ਹੈ ਜੀ। ਬੈ ਕੋ ਭੋਗ ਜਾਏ ਜਮਤਾਮਾ, ਬੈ ਕੋ ਜਿਤਨੀ ਆਯੂ ਲਿਖੀ ਹੈ ਨਾ, ਹੁਣ ਬਾਕੀ ਦੀ ਸ਼ੇਸ਼ ਆਯੂ ਹੈ ਸਭ ਇਸ ਦੀ ਹੁਣ ਇਹਨਾਂ ਜੰਗਾਂ ਦੇ ਅੰਦਰ, ਇਹਨਾਂ ਚਿੰਤਾਵਾਂ ਦੇ ਅੰਦਰ। ਹੁਣ ਦਿੱਲੀ ਰਹਿਣਾ ਵੀ ਕਠਿਨ ਹੈ। ਪਿਛਲੇ ਪ੍ਰਸੰਗ ਵਿੱਚ ਆਪਾਂ ਨੇ ਪੜ੍ਹਿਆ ਹੈ, ਗੁਰੂ ਤੇਗ ਬਹਾਦਰ ਮਹਾਰਾਜੀਆਂ ਨੂੰ ਸ਼ਹੀਦ ਕਰ ਦਿੱਤਾ, ਗੁਰੂ ਕੇ ਅਨੰਨ ਪਿਆਰੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਕੁਦਰਤੀ ਤੌਰ ਤੇ ਇਤਨਾ ਸਹਿਮ ਗਿਆ, ਡਰ ਗਿਆ ਹੈ ਕਿ ਰਾਤ ਨੂੰ ਆਪਣੇ ਨਿੱਜੀ ਮਹੱਲ ਦੇ ਅੰਦਰ ਇਕੱਲਾ ਨਹੀਂ ਸੌਂ ਸਕਦਾ, ਬੜਾ ਬੜਾ ਕੇ ਉੱਠਦਾ ਸੀ। ਸਾਡਾ ਇਤਿਹਾਸ ਗਵਾਹ ਇਸ ਗੱਲ ਦਾ। ਸੋ ਬੜਾ ਚਿੰਤਾ ਤੁਰਿਆ, ਪੀਰਾਂ ਫਕੀਰਾਂ ਨੂੰ ਇਹਨੇ ਆਪਣੇ ਹੱਥ ਵਿਖਾਏ, ਬੜੇ ਸਾਰੇ ਇਲਾਜ ਲੱਭੇ, ਪਰੰਤੂ ਕੋਈ ਨਹੀਂ ਹੱਲ ਬਣਿਆ। ਤੇ ਸਭ ਤੋਂ ਵੱਡੀ ਗੱਲ, ਇਤਿਹਾਸ ਦੀਆਂ ਕੁਝ ਘਟਨਾਵਾਂ ਹੋਰ ਵੀ ਨੇ। ਦਿੱਲੀ ਵਿੱਚ ਰਹਿਣਾ ਇਹਦਾ ਵੈਸੇ ਵੀ ਕਠਿਨ ਸੀ, ਕਿਉਂਕਿ ਦੱਖਣ ਦੀ ਮੁਹਿੰਮ ਤਾਂ ਚਲੋ ਇਹਨੇ ਕੋਈ ਕਾਰਨ ਬਣਾ ਕੇ ਉਸ ਪਾਸੇ ਵੱਲ ਨੂੰ ਮੁੱਖ ਕਰ ਲਿਆ। ਬਹੁਤਾਤ ਵਿੱਚ ਸਾਡੇ ਜਿਹੜੇ ਇਤਿਹਾਸਕਾਰ ਨੇ ਉਹ ਇਸ ਗੱਲ ਤੇ ਬੜਾ ਜ਼ੋਰ ਦਿੰਦੇ ਨੇ ਕਿ ਇਹ ਦਿੱਲੀ ਤੋਂ ਹੁਣ ਜਲਦੀ ਬਾਹਰ ਨਿਕਲਣਾ ਚਾਹੁੰਦਾ ਹੈ, ਕਿਉਂਕਿ ਇੱਥੇ ਰਹਿਣਾ ਇਹਦੇ ਲਈ ਅਤ ਕਠਿਨ ਹੋ ਚੁੱਕਾ ਹੈ। ਕਿਉਂ ਹੋ ਚੁੱਕਾ? ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸ਼ਹਾਦਤ ਤੋਂ ਉਪਰੰਤ ਕੁਦਰਤੀ ਤੌਰ ਤੇ ਸਤਿਗੁਰੂ ਜੀ ਕੀ ਸ਼ਹਾਦਤ ਦਾ ਦਿੱਲੀਪੁਰ ਵਾਸੀ ਜਾਂ ਹੋਰ ਇਸ ਹਿੰਦੁਸਤਾਨ ਦੇਸ਼ ਵਾਸੀ ਜਿਤਨੇ ਵੀ ਸਿੱਖ ਸੰਗਤ ਜਾਂ ਅਨਮਤ ਵਾਲੇ ਨੇ, ਉਹਨਾਂ ਦੇ ਮਨਾਂ ਤੇ ਇਤਨਾ ਗਹਿਰਾ ਪ੍ਰਭਾਵ ਪਿਆ ਹੈ। ਮਹਾਰਾਜੀਆਂ ਨੇ ਜਿਵੇਂ ਮਾਨੋ ਆਪਣੀ ਸ਼ਹਾਦਤ ਦੇ ਕਰਕੇ ਉਹਨਾਂ ਦੇ ਅੰਦਰ ਇੱਕ ਨਵੀਂ ਰੂਹ ਫੂਕ ਦਿੱਤੀ ਹੈ। ਕੋਈ 3-4 ਘਟਨਾਵਾਂ ਨੇ ਖਾਸ ਕਰ ਦਿੱਲੀ ਦੀਆਂ, ਉਸ ਥਾਂ ਦੀਆਂ ਜਿਸ ਥਾਂ ਤੇ ਰੋਜ਼ਾਨਾ ਨਮਾਜ਼ ਅਦਾ ਕਰਨ ਜਾਇਆ ਕਰਦਾ ਸੀ। ਜਿਸ ਵਕਤ ਇਸ ਨੇ ਮਹਾਰਾਜੀਆਂ ਨੂੰ ਸ਼ਹੀਦ ਕਰ ਦਿੱਤਾ ਤੇ ਦਿੱਲੀਪੁਰ ਵਾਸੀਆਂ ਨੇ ਫਿਰ ਇਹਦੇ ਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। 2-3 ਘਟਨਾਵਾਂ ਖਾਸ ਕਰ ਸਾਡੇ ਇਤਿਹਾਸਕਾਰ ਜ਼ਿਕਰ ਕਰਦੇ ਨੇ ਕਿ ਦਿੱਲੀ ਵਿੱਚ ਨਿਕਲਣਾ ਇਹਦਾ ਮੁਸ਼ਕਲ ਹੋ ਗਿਆ, ਕਠਿਨ ਹੋ ਗਿਆ। ਇੱਕ ਵਾਰ ਇਹ ਘੋੜੇ ਤੇ ਸਵਾਰ ਹੋ ਕਰਕੇ ਜਾ ਰਿਹਾ ਸੀ, ਇੱਕ ਸਿੱਖ ਨੇ ਤਲਵਾਰ ਲੈ ਕਰਕੇ ਇਹਦੇ ਤੇ ਹਮਲਾ ਕਰ ਦਿੱਤਾ। ਇਹ ਤੇ ਭਾਵੇਂ ਬਚ ਗਿਆ, ਪਰ ਜਿਹੜਾ ਇਹਦਾ ਸੈਨਾਪਤ ਸੀ ਉਹਦਾ ਹੱਥ ਵੱਢਿਆ ਗਿਆ। ਸੋ ਜੋ ਕਾਰਜ ਇਸ ਨੇ ਕੀਤਾ ਹੈ ਉਹਦਾ ਜਿਹੜਾ ਰਿਜ਼ਲਟ ਹੈ ਹੁਣ ਇਹਦੇ ਸਾਹਮਣੇ ਆਉਣਾ ਸ਼ੁਰੂ ਹੋ ਚੁੱਕਾ ਹੈ। ਤੇ ਸਹਿਜੇ ਸਹਿਜੇ ਇਹ ਕਾਰਜ ਇੰਨਾ ਵੱਡਾ ਹੋ ਜਾਣਾ ਵੀ ਇਹਦੇ ਤੋਂ ਬਗਾਵਤ ਸੰਭਣੀ ਨਹੀਂ।
ਸੋ ਇਸ ਵੇਦ ਨਾ ਇੱਥੇ ਬਹੁਤ ਚਿੰਤਾਤੁਰ ਹੋਇਆ, ਭੈਗ੍ਰਸਤ ਹੋਇਆ, ਡਰਿਆ ਤੇ ਜਲਦੀ ਤੋਂ ਜਲਦੀ ਇਸ ਸਥਾਨ ਨੂੰ ਛੱਡ ਕੇ ਕਿਤੇ ਹੋਰ ਵੀ ਸੁਖਾਲਾ ਵਸਾਂਗਾ, ਪਰੰਤੂ ਉਸ ਸਥਾਨ ਤੇ ਜਾ ਕਰਕੇ ਹੋਰ ਜ਼ਿਆਦਾ ਸਮੱਸਿਆ ਵਿੱਚ ਫਸ ਗਿਆ, ਜੰਗਾਂ ਜੁੱਧਾਂ ਵਿੱਚ ਉਲਝ ਗਿਆ। ਇਹਨੂੰ ਪਤਾ ਹੀ ਨਹੀਂ ਲੱਗਾ ਵੀ ਹੁਣ ਮੈਂ ਆਪਣੇ ਰਾਜ ਨੂੰ ਕਿੱਦਾਂ ਠੀਕ ਕਰ ਸਕਦਾ, ਕਿੱਦਾਂ ਚਲਾ ਸਕਦਾ। ਸੋ ਇੱਥੇ ਜਿਸ ਵਕਤ ਬਾਤ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਕੇ ਪਾਤਸ਼ਾਹੀ ਮਹਾਰਾਜ ਨੇ ਵੀ ਕਹਿ ਦਿੱਤਾ ਵੀ ਇਹਦੀ ਜਿਹੜੀ ਸ਼ੇਸ਼ ਆਯੂ ਬਚੀ ਹੈ ਨਾ, ਹੁਣ ਇਸੇ ਤਰ੍ਹਾਂ ਹੀ ਲੰਘਣੀ ਹੈ ਜੀ। ਮਤੀ ਦਾਸ ਸਤਿਗੁਰੂ ਦੀਵਾਨ, ਗੁਰੂ ਕੇ ਦੀਵਾਨ ਸਨ ਭਾਈ ਮਤੀ ਦਾਸ ਸਾਹਿਬ ਜੀ, ਜਿਨ੍ਹਾਂ ਨੂੰ ਇਸ ਔਰੰਗਜ਼ੇਬ ਬਾਦਸ਼ਾਹ ਨੇ ਧੱਕੇ ਨਾਲ ਆਪਣਾ ਜ਼ੋਰ ਵਿਖਾਉਂਦਿਆਂ ਹੋਇਆਂ ਮਹਾਰਾਜ ਜੀ ਕੇ ਸਨਮੁਖ ਹੀ ਆਰੇ ਨਾਲ ਚੀਰ ਦਿੱਤਾ ਹੈ। ਰਿਸਿਓ ਬਸਿਓ ਦਿੱਲੀ ਪੁਰ ਥਾਨ, ਸੋ ਇਹ ਬੜੇ ਭਿਅੰਕਰ ਪਾਪ ਇਸ ਨੇ ਕੀਤੇ ਹਨ, ਜਿਨ੍ਹਾਂ ਦਾ ਫਲ ਹੁਣ ਇਸ ਨੂੰ ਇਹ ਭੋਗਣਾ ਹੀ ਪੈਣਾ ਹੈ ਜੀ। ਸੁਖ ਸੋ ਸੋਪਤ ਨਾ ਦੇਤ ਨਿਕੇਤ, ਤੇ ਜਿਨੇ ਪਾਪ ਕੀਤੇ ਹੁਣ ਉਹ ਕਦੇ ਸੁੱਖ ਦੀ ਨੀਂਦ ਗੁਰਮੁਖੋ ਕਦੇ ਕਦੋਂ ਸੌ ਸਕਦਾ ਹੈ। ਪਾਪ ਕਰਕੇ ਨਾ ਕੁਦਰਤੀ ਤੌਰ ਤੇ ਮਨੁੱਖ ਦੇ ਜ਼ਿਹਨ ਅੰਦਰ, ਜਾਂ ਅਸੀਂ ਕਹਿ ਲਈਏ ਸੀਨੇ ਤੇ ਭਾਰ ਹੀ ਇੰਨਾ ਕੁ ਪੈ ਜਾਂਦਾ ਵੀ ਰਾਤ ਨੂੰ ਸੁੱਤਿਆ ਪਿਆ ਆਸਣ ਤੇ ਵੀ ਨੀਂਦ ਨਹੀਂ ਆਇਆ ਕਰਦੀ। ਭਾਵੇਂ ਕਿਸੇ ਨੂੰ ਸੰਸਾਰ ਵਿੱਚ ਪਤਾ ਨਾ ਹੋਵੇ ਵੀ ਇਹਨੇ ਕੀ ਪਾਪ ਕੀਤਾ, ਫਿਰ ਵੀ ਮਾਨਸਿਕ ਤੌਰ ਤੇ ਮਨੁੱਖ ਪਰੇਸ਼ਾਨ ਹੋ ਜਾਂਦਾ ਹੈ। ਸੋ ਇਹਦੇ ਪਾਪ ਤੇ ਜਗ ਜ਼ਾਹਰ ਨੇ, ਇਹਦੇ ਪਾਪਾਂ ਦਾ ਤੇ ਸਭ ਨੂੰ ਪਤਾ ਹੈ ਵੀ ਕਿਵੇਂ ਸ਼ਾਂਤੀ ਦੀ ਮੂਰਤ, ਧੀਰਤਾ ਦੇ ਸੋਮੇ, ਪਿਆਰ ਦੀ ਮੂਰਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਰਦਾ, ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕਰਦਾ। ਹੋਰ ਬੜੇ ਸਾਰੇ ਇਹਦੇ ਰਾਜ ਵਿੱਚ ਐਸੇ ਪੁਰਖ ਕਮਾਈ ਵਾਲੇ ਸੂਫੀ ਸੰਤ, ਫਕੀਰ, ਮਹਾਤਮਾ, ਇਹਨੇ ਬਹੁਤਿਆਂ ਨੂੰ ਕਤਲ ਕਰਵਾ ਦਿੱਤਾ। ਕੈਸਾ ਬਾਦਸ਼ਾਹ ਹੈ। ਸੋ ਇਹਦੇ ਅਮਲ, ਇਹਦੇ ਕੀਤੇ ਹੋਏ ਕੰਮ ਹੀ ਇਹਦੇ ਲਈ ਬਹੁਤ ਭਾਰੀ ਦੁੱਖ ਬਣ ਰਹੇ ਹਨ। ਵਹਿਰ ਨਿਕਾਸਿਓ ਦੁਸ਼ਟ ਅਚੇਤ, ਬਸ ਇਹਨਾਂ ਕਰਮਾਂ ਕਰਕੇ ਹੀ ਹੁਣ ਇਸ ਥਾਂ ਤੋਂ ਇਹ ਨੱਸਣਾ ਚਾਹੁੰਦਾ। ਵਹਿਰ ਤੋਂ ਭਾਵ ਇਸ ਥਾਂ ਤੇ ਹੁਣ ਰਹਿ ਨਹੀਂ ਸਕਦਾ, ਇਸ ਦੇਸ਼ ਵਿੱਚੋਂ ਨਿਕਲਣਾ ਚਾਹੁੰਦਾ, ਜਲਦੀ ਤੋਂ ਜਲਦੀ ਦਿੱਲੀ ਛੱਡ ਕਰਕੇ ਕਿਤੇ ਥੋੜੇ ਸਮੇਂ ਲਈ ਹੋਰ ਜਾਣਾ ਚਾਹੁੰਦਾ। ਸੋ ਇਹ ਇਸੇ ਕਰਕੇ ਦੁਸ਼ਟ ਆਪਣਾ ਘਰ ਛੱਡ ਕਰਕੇ ਤੇ ਦੂਜੇ ਪਾਸੇ ਨੂੰ ਹੁਣ ਨਿਕਲ ਰਿਹਾ ਹੈ ਜੀ। ਸੁਨ ਸਭ ਸਭਾ ਬਚਨ ਗੁਰ ਕੇਰੇ, ਜਿਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਮੁਖ ਤੋਂ ਇਹ ਬਚਨ ਉਚਾਰਨ ਕੀਤੇ, ਮਹਾਰਾਜ ਜੀ ਕੇ ਸਨਮੁਖ ਬੇਅੰਤ ਸਿੱਖ ਸੰਗਤਾਂ, ਦਿੱਲੀਪੁਰ ਵਾਸੀ ਜਿਤਨੀ ਸੰਗਤ ਆਈ, ਬਣਜਾਰੇ ਸਿੱਖ ਸਭ ਬੈਠੇ ਸਨ। ਸਭ ਸੰਗਤ ਨੇ ਬੜਾ ਟਿਕ ਕਰਕੇ ਮਹਾਰਾਜ ਜੀ ਕੀ ਅੰਮ੍ਰਿਤ ਬਾਣੀ ਮੁਖ ਤੋਂ ਉਚਾਰਨ ਹੋਏ ਜਿਹੜੇ ਬਚਨ ਹਨ ਸੁਣੇ ਹਨ, ਤੇ ਸੁਣ ਕਰਕੇ ਜੀ ਬੰਦੈ ਨਮ ਹੋਏ ਤਿਸ ਬੇਰੇ, ਸਾਰੀ ਸੰਗਤ ਨੇ ਦੋਨੋਂ ਹੱਥ ਜੋੜ ਕਰਕੇ ਮਹਾਰਾਜ ਜੀ ਕੇ ਚਰਨਾਂ ਵਿੱਚ ਸੀਸ ਝੁਕਾਇਆ। ਕਿਹਾ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਕਿਉਂਕਿ ਗੁਰੂ ਜੋਤ ਦੇ ਮੁਖ ਤੋਂ ਇਹ ਬਚਨ ਉਚਾਰਨ ਹੋ ਰਹੇ ਨੇ ਤੇ ਕੋਈ ਆਮ ਬਚਨ ਨਹੀਂ ਨੇ। ਅਸੀਂ ਕਹੀਏ ਨਾ, ਜਿਵੇਂ ਸੰਸਾਰਿਕ ਮਨੁੱਖ ਕੁਝ ਬੋਲਦਾ ਹੈ ਤੇ ਉਹਦੇ ਬੋਲ ਅਸੀਂ ਕਹਿ ਸਕਦੇ ਹਾਂ ਵੀ ਫਿੱਕੇ ਹੁੰਦੇ ਨੇ। ਫਿੱਕੇ ਤੋਂ ਭਾਵ ਫੋਕੇ ਕਹਿ ਲਈਏ, ਚਲੋ ਬੋਲ ਦਿੱਤੇ ਪਰ ਤੱਤ ਕੋਈ ਨਹੀਂ ਹੈ ਵਿੱਚ। ਇਹ ਨਹੀਂ ਵੀ ਇਹ ਪੂਰੇ ਹੋਣਗੇ ਜਾਂ ਨਹੀਂ, ਚਲੋ ਕੋਈ ਨਹੀਂ ਬੋਲ ਦਿੱਤੇ। ਲੇਕਿਨ ਜਦੋਂ ਕੋਈ ਭਾਰੀ ਪੁਰਖ ਆਪਣੇ ਮੁਖ ਤੋਂ ਬੋਲ ਦਿੰਦਾ ਹੈ ਨਾ, ਸੱਚ ਜਾਣੋ ਗੁਰਮੁਖੋ, ਗੁਰਬਾਣੀ ਕਹਿੰਦੀ ਹੈ ਧਰਤੀ ਪਲਟ ਸਕਦੀ ਹੈ ਪਰ ਉਹ ਬੋਲ ਕਦੀ ਨਹੀਂ ਟਲ ਸਕਦੇ, ਉਹ ਪੂਰੇ ਹੁੰਦੇ ਨੇ। ਸਾਧੂਆਂ ਦੇ, ਸੰਤਾਂ ਦੇ, ਗੁਰੂਆਂ ਦੇ ਬਚਨ ਅਟਲ ਹੁੰਦੇ ਨੇ। ਸੋ ਇਸ ਬਿਧ ਮਹਾਰਾਜ ਜੀ ਕੇ ਜਿਹੜੇ ਬਚਨ ਹੋਏ, ਸੰਗਤ ਜਾਣਦੀ ਹੈ ਗੁਰੂ ਬਚਨਾਂ ਦਾ ਮਹਾਤਮ, ਕਿਉਂਕਿ ਇਸ ਤੋਂ ਪਹਿਲਾਂ ਬੜੀ ਵਾਰ ਸੰਗਤ ਇਹ ਰੰਗ ਨੂੰ ਮਾਣ ਚੁੱਕੀ ਹੈ। ਜਿਨ੍ਹਾਂ ਦੇ ਲਈ ਗੁਰੂ ਦੇ ਮੁਖ ਤੋਂ ਬਚਨ ਹੋ ਗਏ, ਜੇ ਤੇ ਸ਼ੁਭ ਬਚਨ ਹੋਏ ਤੇ ਤਰ ਗਏ, ਤੇ ਜੇ ਅਸ਼ੁਭ ਬਚਨ ਨਿਕਲ ਗਿਆ ਤੇ ਇਹ ਸਮਝੋ ਵੀ ਉਹਦਾ ਸਭ ਕੁਝ ਖਤਮ ਹੋ ਗਿਆ, ਉਹ ਆਪਣਾ ਸਭ ਕੁਝ ਗਵਾ ਬੈਠਾ। ਸੋ ਸੰਗਤ ਨੇ ਜਿਵੇਂ ਹੀ ਮਹਾਰਾਜ ਜੀ ਕੇ ਪਵਿੱਤਰ ਮੁਖ ਤੋਂ ਇਹ ਬਚਨ ਸੁਣਿਆ ਵੀ ਹੁਣੇ ਰਹਿੰਦੀ ਉਮਰ ਕਦੀ ਸੁੱਖ ਨਹੀਂ ਪਾ ਸਕਦਾ, ਇਸੇ ਤਰ੍ਹਾਂ ਲੜਦਿਆਂ ਘੁਲਦਿਆਂ ਹੀ ਇਹਦਾ ਜੀਵਨ ਬਤੀਤ ਹੋਣਾ ਹੈ। ਸੋ ਇਸੇ ਬਚਨ ਨੂੰ ਸੁਣਦਿਆਂ ਹੀ ਸਾਰੀ ਸੰਗਤ ਨੇ ਬੜੇ ਅਦਬ ਭਾਵ ਵਿੱਚ ਆ ਕਰਕੇ ਮਹਾਰਾਜ ਜੀ ਕੇ ਬਚਨਾਂ ਨੂੰ ਸਨਮਾਨ ਕਰਦਿਆਂ ਹੋਇਆਂ ਸੀਸ ਨਵਾ ਕੇ ਨਮਸਕਾਰ ਕੀਤੀ ਹੈ। ਪ੍ਰਭੂ ਗਤ ਲਖੀ ਨ ਜਾਏ ਤੁਮਾਰੀ, ਕਹਿਣ ਲੱਗੇ ਪ੍ਰਭੂ ਜੀ ਆਪ ਜੀ ਦੀ ਜੋ ਗਤਮਿਤ ਹੈ, ਆਪ ਜੀਆਂ ਦੀ ਜੋ ਮੌਜ ਹੈ, ਸਾਡੇ ਸੰਸਾਰਿਕ ਜੀਵਾਂ ਤੋਂ ਕਿੱਥੇ ਜਾਣੀ ਜਾ ਸਕਦੀ ਹੈ, ਅਸੀਂ ਨਹੀਂ ਜਾਣ ਸਕਦੇ ਹਾਂ ਜੀ। ਹਮ ਅਲਪਗਿਆ ਰਹੇ ਡਰ ਧਾਰੀ, ਕਿਉਂਕਿ ਅਸੀਂ ਤੇ ਅਲਪੱਗ ਜੀਵ ਹਾਂ, ਛੋਟੀ ਮੱਤ ਵਾਲੇ। ਸਾਡੇ ਕੋਲ ਇਤਨੀ ਬੁੱਧੀ ਨਹੀਂ ਵੀ ਅਸੀਂ ਆਪ ਜੀ ਕੀ ਗਤਮਿਤ ਨੂੰ ਜਾਣ ਸਕੀਏ, ਮਾਣ ਸਕੀਏ। ਅਸੀਂ ਤੇ ਭੈਗ੍ਰਸਤ ਜੀਵ ਹਾਂ,
ਭਾਵ ਥੋੜੇ ਬਹੁਤ ਦੁੱਖ ਸੁੱਖ ਨੂੰ ਵੇਖ ਕਰਕੇ ਹੀ ਡਰ ਜਾਂਦੇ ਹਾਂ ਜੀ। ਇਤਿਆਦਿਕ ਬਿਰਤਾਂਤ ਕੁਛ ਭਏ। ਇਸ ਵਿਦ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜ਼ਿਕਰ ਕਰਦੇ ਹਨ ਕਿ ਇਤਿਆਦਿਕ ਇਸ ਵਿਦ ਕੁਝ ਬਿਰਤੰਤ ਜਿਹੜੇ ਹਨ ਉਸ ਵਕਤ ਦੇ, ਕੁਝ ਕਾਰਨਾਮੇ ਕਹਿ ਲਈਏ, ਕੁਝ ਜੰਗੀ ਹਾਲ ਜਿਹੜੇ ਹਨ ਉਹ ਵਰਤੇ ਹਨ। ਪੁੰਨ ਉਠ ਸਤਿਗੁਰ ਮੰਦਰ ਗਏ। ਸਤਿਗੁਰੂ ਜੀਆਂ ਨੇ ਆਪਣੀ ਸਿੱਖ ਸੰਗਤ ਦੇ ਨਾਲ ਇਦਾਂ ਕੁਝ ਬਚਨ ਸਾਂਝੇ ਕੀਤੇ। ਮਹਾਰਾਜ ਨੇ ਆਈ ਹੋਈ ਸੰਗਤ ਨੂੰ ਦਿਲਾਸਾ ਵੀ ਦਿੱਤਾ, ਦਰਸ਼ਨ ਵੀ ਦਿੱਤਾ, ਪਿਆਰ ਵੀ ਦਿੱਤਾ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਸ ਆਪਣੇ ਦੀਵਾਨ ਅੰਦਰੋਂ, ਸਭਾ ਸੰਗਤ ਦੇ ਅੰਦਰੋਂ ਉੱਠ ਕਰਕੇ ਆਪਣੇ ਨਿਜ ਮੰਦਰਾਂ ਅੰਦਰ ਗਏ ਚਲੇ ਹਨ। ਸ਼ਸਤਰਨ ਕੋ ਅਭਿਆਸ ਕਨੇਰੇ। ਨਾਲ ਹੀ ਭਾਈ ਸੰਤੋਖ ਸਿੰਘ ਸਾਹਿਬ ਜ਼ਿਕਰ ਕਰਦੇ ਹਨ ਕਿ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ, ਜੋ ਕਿ ਜਨਮ ਤੋਂ ਹੀ, ਛੋਟੇ ਹੁੰਦਿਆਂ ਤੋਂ ਹੀ ਯੁੱਧ ਵਿਦਿਆ ਦੇ ਅੰਦਰ ਬਹੁਤ ਰੁਚੀ ਰੱਖਦੇ ਸਨ। ਛੋਟੇ ਛੋਟੇ ਸ਼ਸਤਰਾਂ ਨਾਲ ਅਭਿਆਸ ਕਰਦੇ ਰਹਿੰਦੇ ਸਨ। ਸੋ ਹੁਣ ਮਹਾਰਾਜ ਜੀਆਂ ਨੇ ਜੋ ਮੂਲ ਸ਼ਸਤਰ ਹਨ, ਜਿਵੇਂ ਖੜਗ ਹੈ, ਖੰਡਾ ਹੈ, ਧਨੁੱਖ ਹੈ, ਭਾਲਾ ਹੈ, ਕਟਾਰ ਹੈ, ਇਹਨਾਂ ਸ਼ਸਤਰਾਂ ਦਾ ਅਭਿਆਸ ਆਪ ਵੀ ਤੇ ਆਪਣੇ ਸਿੱਖਾਂ ਨੂੰ ਵੀ ਕਰਨ ਦੇ ਲਈ ਪ੍ਰੇਰਨਾ ਕੀਤੀ ਹੈ ਤੇ ਰੋਜ਼ਾਨਾ ਨਿਯਮ ਅਨੁਸਾਰ ਕਰਵਾਉਂਦੇ ਹਨ। ਦਿਨ ਪ੍ਰਤ ਲਾਗੇ ਕਰਨ ਵਡੇਰੇ। ਕਿਉਂਕਿ ਮਹਾਰਾਜ ਜੀ ਕੀ ਜਿਵੇਂ ਜਿਵੇਂ ਆਯੂ ਵੱਧ ਰਹੀ ਹੈ, ਸਰੀਰ ਬਲਵਾਨ ਹੋ ਰਿਹਾ, ਤੇ ਇਹ ਇੱਕ ਐਸੀ ਉਮਰ ਦਾ ਪੜਾਅ ਹੈ ਜਿਸ ਵਿੱਚ ਅਸੀਂ ਵਿਦਿਆ ਗ੍ਰਹਿਣ ਕਰਦੇ ਹਾਂ। ਕਿਉਂਕਿ ਸਤਿਗੁਰੂ ਆਪ ਪਰਮੇਸ਼ਵਰ ਨੇ, ਕੋਈ ਬਹੁਤਾ ਜ਼ੋਰ ਦੇਣ ਦੀ ਲੋੜ ਨਹੀਂ ਹੈ, ਸਹਿਜ ਹੀ ਕਲਾ ਫੁੱਟਦੀ ਹੈ ਮਹਾਰਾਜ ਜੀ ਕੇ ਅੰਦਰੋਂ। ਪਰੰਤੂ ਜਿੱਥੇ ਮਹਾਰਾਜ ਆਪ ਯੁੱਧ ਵਿਦਿਆ ਦੇ ਕਰਤੱਵ ਕਰਦੇ ਨੇ, ਉੱਥੇ ਆਪਣੇ ਸਾਰੇ ਸਿੱਖਾਂ ਨੂੰ ਵੀ ਇਹ ਹਦਾਇਤ ਕਰਦੇ ਨੇ ਕਿ ਭਾਈ ਹੁਣ ਅਭਿਆਸ ਕਰੋ, ਸ਼ਸਤਰਾਂ ਦੀ ਵਿਦਿਆ ਸਿੱਖੋ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਹਦੀ ਬਹੁਤ ਲੋੜ ਹੈ। ਦਿਨ ਪ੍ਰਤ ਲਾਗੇ ਕਰਨ ਵਡੇਰੇ। ਦਿਨੇ ਹਰ ਰੋਜ਼ ਮਹਾਰਾਜ ਜੀਆਂ ਨੇ ਇੱਕ ਨੇਮ ਬਣਾ ਲਿਆ ਕਿ ਦੀਵਾਨਾਂ ਤੋਂ ਉਪਰੰਤ, ਭੋਜਨ ਪ੍ਰਸ਼ਾਦ ਪਾਉਣ ਤੋਂ ਉਪਰੰਤ, ਫਿਰ ਸਾਰੇ ਗੁਰੂ ਕੇ ਸਾਲਸੇ ਨੇ, ਸਿੱਖਾਂ ਨੇ ਇਕੱਤਰ ਹੋ ਕਰਕੇ ਇੱਕ ਵਿਸ਼ੇਸ਼ ਨਿਯਤ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਯੁੱਧ ਵਿਦਿਆ ਦਾ ਜਿਹੜਾ ਅਭਿਆਸ ਹੈ ਉਹ ਕਰਨਾ ਹੈ, ਤੇ ਮਹਾਰਾਜ ਆਪ ਕਰਵਾਉਂਦੇ ਹਨ। ਲਵਪੁਰ ਤੇ ਕਮਾਨ ਅਨਾਵੈ। ਮਹਾਰਾਜ ਜੀਆਂ ਨੇ ਆਪਣੇ ਇੱਕ ਸਿੱਖ ਨੂੰ ਭੇਜਿਆ ਤੇ ਮਹਾਰਾਜ ਜੀਆਂ ਨੇ ਉਸ ਨੂੰ ਇਹ ਕਿਹਾ ਕਿ ਜਾਓ, ਜਾ ਕੇ ਲਾਹੌਰ ਤੋਂ ਵਿਸ਼ੇਸ਼ ਕਿਸਮ ਦੀ ਜਿਹੜੀ ਕਮਾਨ ਹੈ, ਕਿਉਂਕਿ ਤੀਰਅੰਦਾਜ਼ੀ ਦਾ ਬਹੁਤ ਸ਼ੌਕ ਹੈ ਸਤਿਗੁਰੂ ਜੀ ਨੂੰ, ਬਚਪਨ ਤੋਂ ਹੀ ਛੋਟੀ ਛੋਟੀ ਕਮਾਨ, ਛੋਟੇ ਤੀਰ ਬਣਾ ਕਰਕੇ ਅਭਿਆਸ ਕਰਦੇ ਰਹਿੰਦੇ ਸਨ। ਹੁਣ ਜਿਵੇਂ ਧਰਮ ਕਰਮ ਵਿੱਚ ਆਏ ਨੇ, ਆਰਬਲਾ ਵਧੀ ਹੈ, ਗੁਰੂ ਬਣੇ ਹਨ, ਤਖਤ ਤੇ ਸੁਭਾਏਮਾਨ ਹੋਏ ਹਨ, ਮਹਾਰਾਜ ਜੀਆਂ ਨੇ ਆਪਣੇ ਨਿਜ ਸ਼ਸਤਰਾਂ ਦੇ ਵਿੱਚ ਰੱਖਣ ਦੇ ਲਈ ਇੱਕ ਵਿਸ਼ੇਸ਼ ਕਿਸਮ ਦੀ ਜੋ ਕਮਾਨ ਹੈ ਉਹ ਲਾਹੌਰ ਤੋਂ ਮੰਗਵਾਈ ਹੈ। ਅਸੀਂ ਕਹਿ ਸਕਦੇ ਹਾਂ ਵੀ ਉਸ ਥਾਂ ਤੇ ਇਹ ਕਮਾਨ ਜਿਹੜੀ ਹੈ ਇਹ ਤਿਆਰ ਕੀਤੀ ਜਾਂਦੀ ਹੈ। ਸੋ ਸਤਿਗੁਰੂ ਜੀਆਂ ਨੇ ਆਪਣੇ ਪਾਸ ਤੋਂ ਧਨ ਦੇ ਕਰਕੇ ਮੰਗਵਾਈ ਹੈ ਜੀ। ਤਾਨ ਕਾਨ ਲਗ ਬਾਣ ਚਲਾਵੈ। ਤੇ ਉਸ ਵਿਸ਼ੇਸ਼ ਕਮਾਨ ਦੇ ਉੱਪਰ ਮਹਾਰਾਜ ਆਪ ਅਭਿਆਸ ਕਰਦੇ ਨੇ। ਅਜੇ ਜਿਹੜੀ ਉਮਰ ਹੈ ਨਾ ਗੁਰਮੁਖੋ, ਉਹ ਸਤਿਗੁਰੂ ਜੀ ਕੀ ਕੋਈ 10-12 ਵਰਿਆਂ ਦੇ ਲਗਭਗ ਹੋਈ ਹੈ। ਲੇਕਿਨ ਇਸ ਸਮੇਂ ਦੇ ਵਿੱਚ ਹੀ ਮਹਾਰਾਜ ਜਿਵੇਂ ਧਰਮ ਕਰਮ ਵਿੱਚ ਆਏ ਨੇ, ਗੁਰੂ ਬਣੇ ਨੇ, ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਹੜੀ ਕਮਾਨ ਲਾਹੌਰ ਤੋਂ ਮੰਗਵਾਉਂਦੇ ਹਨ, ਉਹ ਆਪ ਤਾਣ ਕਰਕੇ ਉਹਦੇ ਵਿੱਚ ਤੀਰ ਲਾ ਕਰਕੇ ਤੇ ਉਹਨੂੰ ਚਲਾਉਣ ਦਾ ਜਿਹੜਾ ਅਭਿਆਸ ਹੈ, ਬੜਾ ਜ਼ੋਰ ਲਾ ਕਰਕੇ ਚਲਾਉਣਾ, ਇਹ ਅਭਿਆਸ ਕਰਦੇ ਹਨ। ਕਰਿਓ ਖਾਗ ਤੋ ਦਾ ਸੁਧਰਾਏ। ਮਹਾਰਾਜ ਜੀਆਂ ਨੇ ਇੱਕ ਬਹੁਤ ਉੱਚਾ ਰੇਤ ਦਾ ਤੋਂਦਾ, ਜਿਵੇਂ ਪਹਾੜੀ ਨੂਮਾ ਕਹਿ ਲਈਏ, ਉਹ ਵੀ ਇੱਕ ਬਣਵਾਇਆ ਹੈ ਜੀ। ਲੇਸ ਪ੍ਰਵੇਸ਼ੈ ਉਜ ਲਗਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਕਈ ਵਾਰ ਨਾ ਉਹਦੇ ਉੱਪਰ ਚੜ ਕੇ ਜਾਂ ਕਈ ਵਾਰ ਦੂਰੋਂ ਉਹਦੇ ਵੱਲ ਨੂੰ ਕੋਈ ਨਿਸ਼ਾਨਾ ਉਹਦੇ ਉੱਪਰ ਮਿੱਥ ਕੇ, ਕਿਉਂਕਿ ਤੀਰ ਦਾ ਜਿਹੜਾ ਅਭਿਆਸ ਹੈ ਉਹ ਵਿਦਿਆ ਇਦਾਂ ਲਈ ਜਾਂਦੀ ਹੈ, ਜਾਂ ਤੇ ਉੱਚੇ ਥਾਂ ਤੇ ਨਿਸ਼ਾਨਾ ਖੜਾ ਕਰਕੇ ਤੇ ਕੁਝ ਦੂਰ ਹੀ ਪਾ ਕਰਕੇ ਆਪ ਦੂਰ ਖੜੇ ਹੋ ਕੇ ਨਿਸ਼ਾਨਾ ਲਾਉਣਾ, ਤੇ ਜਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਉਸ ਉੱਚੇ ਤੋਂਦੇ ਦੇ ਉੱਪਰ ਚੜ ਕਰਕੇ ਤੇ ਉੱਤੋਂ ਫਿਰ ਥੱਲੇ ਨੂੰ ਕੋਈ ਨਿਸ਼ਾਨਾ ਮਿੱਥ ਕੇ ਲਾਉਣਾ, ਕਿਉਂਕਿ ਇਹ ਦੋਵੇਂ ਤਰ੍ਹਾਂ ਦੀ ਵਿਦਿਆ ਹੈ। ਜਿਵੇਂ ਅਸੀਂ ਵੇਖਦੇ ਹਾਂ ਨਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਮਕੌਰ ਦੀ ਗੜੀ ਵਿੱਚ ਜੰਗ ਲੜੇ ਨੇ, ਤੇ ਉੱਪਰ ਚੁਬਾਰੇ ਤੇ ਚੜ ਕੇ ਤੇ ਥੱਲੇ ਦੁਸ਼ਮਣ ਦਾ ਨਿਸ਼ਾਨਾ ਲਾਉਂਦੇ ਨੇ। ਮੁਕਤਸਰ ਦੀ ਜੰਗ ਵੇਖਾਂਗੇ, ਉੱਥੇ ਵੀ ਕੁਝ ਐਸੇ ਹਾਲ ਮਿਲਣਗੇ। ਹੋਰ ਆਨੰਦਪੁਰ ਦੀਆਂ ਲੜਾਈਆਂ ਵਿੱਚ ਤੇ ਬਹੁਤ ਹੀ ਕਮਾਲ ਦੇ ਐਸੇ ਯੁੱਧ ਅਭਿਆਸ ਨੇ। ਸੋ ਮਹਾਰਾਜ ਜੀਆਂ ਨੇ ਅਭਿਆਸ ਕਰਨ ਦੇ ਲਈ ਇੱਕ ਐਸਾ ਉੱਚਾ ਰੇਤ ਦਾ ਤੋਂਦਾ ਬਣਵਾਇਆ,
ਜਿਹਦੇ ਉੱਪਰ ਕੁਝ ਨਿਸ਼ਾਨੇ ਮਿਥ ਲੈ, ਕੁਝ ਇੱਕ ਜਿਹੜਾ ਨਿਸ਼ਾਨੇ ਨੇ ਉਹਦੇ ਉੱਪਰ ਖੜੇ ਹੋ ਕੇ ਦੂਜੇ ਪਾਸੇ ਨੂੰ, ਤੇ ਕੁਝ ਨੀਵੇਂ ਖੜੇ ਹੋ ਕਰਕੇ ਉਹਦੇ ਉੱਪਰ ਵੱਲ ਨੂੰ। ਇਹ ਤੀਰ ਦੀ ਜਿਹੜੀ ਵਿਦਿਆ ਹੈ, ਤੀਰ ਕਮਾਨ ਦਾ ਜਿਹੜਾ ਅਭਿਆਸ ਹੈ, ਉਹ ਆਪ ਕਰਦੇ ਨੇ, ਨਾਲ ਆਪਣੇ ਸਿੱਖਾਂ ਨੂੰ ਵੀ ਕਰਵਾਉਂਦੇ ਹਨ। ਗਹਿ ਕੁਵਾਦਾ ਐ ਚਨ ਕਰੈ। ਗਹਿ ਕੁਵਾਦਾ, ਜਿਵੇਂ ਧਨੁੱਖ ਨੂੰ ਚਲਾਇਆ ਜਾਂਦਾ ਹੈ ਨਾ, ਤੇ ਚਲਾਉਣ ਦੇ ਵਿੱਚ ਜਿਹੜਾ ਧਨੁੱਖ ਧਾਰੀ ਹੁੰਦਾ, ਜਿਹਦੇ ਪਾਸ ਉਹ ਵਿਦਿਆ ਹੈ, ਜਦੋਂ ਤੀਰ ਚੜਾਉਂਦਾ ਹੈ ਤੇ ਫਿਰ ਉਹ ਜਿੰਨੀ ਕੁ ਦੂਰੀ ਤੇ ਤੀਰ ਦਾ ਨਿਸ਼ਾਨਾ ਮਿਥਣਾ ਹੈ, ਫਿਰ ਉਹਨਾਂ ਕੁ ਉਹਦੇ ਜਿਹੜਾ ਧਨੁੱਖ ਹੈ ਉਹਦੇ ਉੱਪਰ ਜ਼ੋਰ ਪਾਇਆ ਜਾਂਦਾ ਹੈ। ਉਹਦਾ ਜਿਹੜਾ ਸਿਲਾ ਹੁੰਦਾ ਉਹਦੇ ਉੱਪਰ ਇੰਨਾ ਜ਼ੋਰ ਲਾ ਕਰਕੇ ਛੱਡਿਆ ਜਾਂਦਾ ਵੀ ਇੰਨੇ ਜ਼ੋਰ ਦੇ ਨਾਲ ਇੱਥੋਂ ਤੱਕ ਤੀਰ ਮਾਰ ਕਰ ਸਕਦਾ। ਸੋ ਇਸ ਵਿੱਚ ਸਤਿਗੁਰੂ ਜੀ ਆਪ ਇਹ ਅਭਿਆਸ ਕਰਦੇ ਨੇ ਵੀ ਥੋੜਾ ਖਿੱਚ ਕੇ ਨੇੜੇ ਦਾ ਵਾਰ, ਜਾਂ ਕੋਈ ਦੂਰ ਦਾ ਵਾਰ ਭੇਦਣਾ ਹੈ ਤੇ ਉਹਨੂੰ ਓਨਾ ਦੂਰ ਦਾ ਖਿੱਚ ਕੇ, ਜਾਂ ਨੇੜੇ ਦੇ ਵਾਰ ਦੇ ਵਿੱਚੋਂ ਤੀਰ ਪਾਰ ਕਰਨਾ ਹੈ ਤੇ ਉਹਦੇ ਉੱਪਰ ਓਨਾ ਜ਼ੋਰ ਲਾ ਕਰਕੇ। ਇੱਕ ਅਭਿਆਸ ਹੈ ਗੁਰਮੁਖੋ, ਕਿਉਂਕਿ ਅਸੀਂ ਵੇਖਦੇ ਹਾਂ ਅੱਗੇ ਇਤਿਹਾਸ ਜਿਵੇਂ ਹੁਣ ਚੱਲੇਗਾ, ਬਹੁਤ ਸਾਰੇ ਜ਼ਿਕਰ ਆਉਣਗੇ ਜੰਗਾਂ ਦੇ, ਤੇ ਕੁਝ ਹਾਲ ਐਸੇ ਲਿਖੇ ਹੋਏ ਨੇ ਗੁਰਮੁਖਾਂ ਨੇ, ਜਿਨ੍ਹਾਂ ਨੇ ਇਤਿਹਾਸ ਲਿਖੇ ਨੇ। ਉਹ ਕਹਿੰਦੇ ਨੇ ਮਹਾਰਾਜ ਜੀ ਜਦੋਂ ਕਿਤੇ ਮੌਜ ਵਿੱਚ ਆ ਕਰਕੇ ਆਪਣੀ ਕਮਾਨ ਤੇ ਚੜਾ ਕਰਕੇ ਤੀਰ ਛੱਡਦੇ ਸਨ ਨਾ, ਤੇ ਨੌਟੰਕੀ ਤਾਨ ਲਾ ਦਿੰਦੇ ਸਨ, ਤੇ 4 ਕੋਹ ਤੇ ਜਾ ਕੇ ਉਹ ਤੀਰ ਹਮਲਾ ਨਿਸ਼ਾਨਾ ਭੇਜ ਦਿੰਦਾ ਸੀ। ਇਹ ਬਖਸ਼ਿਸ਼ ਹੈ ਮਹਾਰਾਜ ਜੀ ਕੇ ਹੱਥ ਦੀ। ਸੋ ਉਹ ਜਦੋਂ ਤੀਰ ਹੁਣ ਚਲਾ ਰਹੇ ਨੇ ਤੇ ਉਹ ਜਿਹੜੀ ਵਿਦਿਆ ਹੈ, ਜਿਵੇਂ ਲਿਖਿਆ ਕਹਿ ਕੁਆਦਾ ਐਂਚਨ ਕਰੇ। ਕੁਆਦਾ ਇਹਦੇ ਅੱਖਰੀ ਅਰਥ ਵਿਦਵਾਨ ਕਰਦੇ ਨੇ, ਕਦੇ ਤੇ ਹਲਕਾ ਖਿੱਚ ਕੇ ਨਿਸ਼ਾਨਾ ਭੇਦਣਾ ਤੇ ਕਦੇ ਜ਼ੋਰ ਲਾ ਕਰਕੇ ਨਿਸ਼ਾਨਾ ਭੇਦਣਾ, ਤੇ ਫਿਰ ਅੱਗੋਂ ਜਾ ਕੇ ਉਹਦੀ ਮਾਰ ਨੂੰ ਤੱਕਣਾ ਵੀ ਜੇ ਹੌਲੀ ਅਸੀਂ ਤੀਰ ਚਲਾਇਆ ਤੇ ਇਹਨੇ ਕਿੰਨਾ ਕੁ ਮਾਰ ਕੀਤੀ ਹੈ, ਤੇ ਜਿਹੜਾ ਜ਼ੋਰ ਦਾ ਤੀਰ ਚਲਾਇਆ ਤੇ ਇਹਨੇ ਕਿੰਨਾ ਨਿਸ਼ਾਨ ਭੇਦਿਆ। ਸੋ ਇਸ ਵੇਲੇ ਅਭਿਆਸ ਮਹਾਰਾਜ ਸੱਚੇ ਪਾਤਸ਼ਾਹ ਆਪ ਕਰ ਰਹੇ ਨੇ, ਨਾਲ ਆਪਣੇ ਗੁਰੂ ਕੇ ਸਿੱਖਾਂ ਨੂੰ ਕਰਵਾ ਰਹੇ ਹਨ। ਬਾਰ ਬਾਰ ਬਰਕਸ ਧਰੈ। ਬਾਰ ਬਾਰ ਆਪਣੇ ਤਰਕਸ ਦੇ ਅੰਦਰੋਂ ਤੀਰਾਂ ਕੱਢ ਕੇ ਅਭਿਆਸ ਕਰਨਾ, ਵਾਰ-ਵਾਰ ਚੰਗੀ ਤਰ੍ਹਾਂ। ਇਹ ਜਿਹੜੀ ਜਿਵੇਂ ਕਹਿ ਲਈਏ ਵੀ ਇਹ ਅਭਿਆਸ ਦੀ ਜਿਹੜੀ ਪ੍ਰਕਿਰਿਆ ਹੈ, ਵਿਦਿਆ ਨੂੰ ਗ੍ਰਹਿਣ ਕਰਨ ਦੇ ਲਈ ਮਹਾਰਾਜ ਕਰ ਰਹੇ ਹਨ। ਦੂਰ ਦਰਾਜੀ ਤੀਰ ਪ੍ਰਹਾਰੈ। ਤੇ ਇਸ ਵਿਦ ਮਹਾਰਾਜ ਜਿਵੇਂ ਅਭਿਆਸ ਕਰਦੇ ਹਨ ਨਾ, ਤੇ ਫਿਰ ਅਭਿਆਸ ਦੌਰਾਨ ਜਿਵੇਂ ਜਿਵੇਂ ਅਭਿਆਸ ਵਿੱਚ ਮਨੁੱਖ ਪਰਪੱਕ ਹੋ ਜਾਂਦਾ ਹੈ, ਜਿਵੇਂ ਜਿਵੇਂ ਅਭਿਆਸ ਪੱਕ ਜਾਂਦਾ ਹੈ, ਫਿਰ ਬਹੁਤ ਦੂਰ ਦੂਰ ਤੱਕ ਨਿਸ਼ਾਨੇ ਭੇਦੇ ਜਾ ਸਕਦੇ ਨੇ। ਸੋ ਕਦੇ ਮੌਜ ਵਿੱਚ ਆ ਕਰਕੇ ਦੂਰ ਦੇ ਨਿਸ਼ਾਨੇ ਵੀ ਮਹਾਰਾਜ ਲਾਉਂਦੇ ਹਨ। ਧਰੈ ਨਿਸ਼ਾਨਾ ਤੱਕ ਤੱਕ ਮਾਰੈ। ਜਦੋਂ ਨਿਸ਼ਾਨਾ ਧਰ ਲੈਂਦੇ ਹਨ ਤੇ ਐਸੀ ਤੱਕਣੀ ਲਾਉਂਦੇ ਹਨ ਉਹਦੇ ਉੱਪਰ ਕਿ ਫਿਰ ਉਸੇ ਹੀ ਨਿਸ਼ਾਨੇ ਤੇ, ਜਾਂ ਇਉਂ ਕਹਿ ਲਈਏ ਵੀ ਜਿਹੜਾ ਨਿਸ਼ਾਨਾ ਮਹਾਰਾਜ ਜੀ ਕੇ ਨੇਤਰੀ ਚੜ ਗਿਆ, ਫਿਰ ਤੀਰ ਵੀ ਉਸੇ ਨਿਸ਼ਾਨੇ ਨੂੰ ਜਾ ਕਰਕੇ ਭੇਜਦਾ ਹੈ। ਇਹ ਮਹਾਰਾਜ ਜੀ ਕੇ ਯੁੱਧ ਵਿਦਿਆ ਦੇ, ਸ਼ਸਤਰ ਵਿਦਿਆ ਦੇ ਕਮਾਲ ਹਨ। ਉਜ ਪ੍ਰਤਾਪ ਸਰੀਰ ਆਨੰਦ। ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਜਿਹੜੀ ਨੁਹਾਰ ਹੈ ਉਹਦੀ ਗੱਲ ਕੀਤੀ ਭਾਈ ਸਾਹਿਬ ਜੀ ਨੇ, ਬਚਨ ਲਿਖੇ ਨੇ, ਉਜ ਪ੍ਰਤਾਪ ਸਰੀਰ ਆਨੰਦ। ਉਜ ਤੋਂ ਭਾਵ ਵੀ ਮਹਾਰਾਜ ਜੀ ਕੇ ਮੁਖ ਦੇ ਉੱਪਰ ਜਿਹੜੀ ਲਾਲੀ ਹੈ ਨਾ, ਜਿਵੇਂ ਰੂਹਾਨੀਅਤ ਕਹਿ ਲਈਏ, ਭਾ ਮਾਰਦੀ ਹੈ। ਸਰੀਰ ਤਾਕਤ ਦੇ ਵਿੱਚ ਹੈ। ਕੋਈ ਇਹ ਨਹੀਂ ਵੀ ਜਿਵੇਂ ਵੇਖੀਏ ਵੀ ਕੋਈ ਸੂਰਮਾ ਜਾਂ ਕੋਈ ਯੋਧਾ ਤਨ ਉਹਦਾ ਹਵਾ ਨਾਲ ਹਿਲਦਾ ਹੁੰਦਾ ਤੇ ਦਾਵਾ ਕਰੇ ਜੀ ਆ ਵੇਖੋ ਮੈਂ ਯੋਧਾ। ਇਦਾਂ ਨਹੀਂ ਹੈ ਗੁਰਮੁਖੋ। ਮਹਾਰਾਜ ਜੀ ਦਾ ਜਿਹੜਾ ਸਰੀਰ ਹੈ ਨਾ, ਬਹੁਤ ਬਖਸ਼ਿਸ਼ ਵਾਲਾ ਹੈ। ਜਨਮ ਤੋਂ ਹੀ ਭਰਵਾਂ ਸਰੀਰ ਹੈ। ਆਪਣੇ ਜੇ ਅਸੀਂ ਕਹਿ ਲਈਏ ਵੀ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੱਤ ਜਵਾਨੀ ਦੇ ਵਿੱਚ ਚੜ੍ਹਦੀ ਉਮਰ ਦੇ ਵਿੱਚ ਹੀ ਮਹਾਰਾਜ ਜੀ ਦਾ ਬੜਾ ਭਰਵਾਂ ਤੇ ਬੜੀ ਬਖਸ਼ਿਸ਼ ਵਾਲਾ, ਇਉਂ ਗੁੰਦਵਾ ਤਾਕਤ ਵਾਲਾ ਸਰੀਰ ਹੈ। ਉੱਜ ਪ੍ਰਤਾਪ, ਜਿਹੜਾ ਕਿ ਵੇਖਣ ਦੇ ਵਿੱਚ ਇੰਨਾ ਭਾਰੀ ਲੱਗਦਾ, ਜਿਵੇਂ ਵੇਟ ਕਰਕੇ ਨਹੀਂ ਮੈਂ ਕਹਿ ਰਿਹਾ ਵੀ ਵਜਨ ਕਰਕੇ ਕਵਾਂਗੇ ਬਹੁਤ ਭਾਰੀ ਸਨ ਮਹਾਰਾਜ ਦਾ। ਉੱਦਾਂ ਤੇ ਸਰੀਰ ਜਿਹੜਾ ਹੈ ਨਾਰਮਲ ਸਰੀਰ ਜਿਵੇਂ ਆਮ ਸਾਡੇ ਮਨੁੱਖਾਂ ਦਾ ਹੁੰਦਾ, ਲੇਕਿਨ ਦੂਜੇ ਪੱਖ ਤੇ ਜੇ ਗੱਲ ਕਰੀਏ ਗੁੰਦਵਾ ਸਰੀਰ ਹੈ ਤੇ ਜਿਵੇਂ ਅੰਗ ਜਿਹੜੇ ਹਨ ਉਹ ਬੜੇ ਭਾਰੀ ਪ੍ਰਤਾਪ ਵਾਲੇ ਲੱਗਦੇ ਹਨ, ਵੀ ਜਿਵੇਂ ਬਹੁਤ ਜ਼ੋਰ ਵਾਲਾ ਸਰੀਰ ਹੈ, ਬੜੀ ਤਾਕਤ ਵਾਲਾ। ਤੇ ਜਦੋਂ ਕੋਈ ਵੇਖਦਾ ਹੈ ਨਾ ਤੇ ਉਹਨੂੰ ਕੋਈ ਵੱਖਰਾ ਨਜ਼ਾਰਾ ਨਜ਼ਰ ਆਉਂਦਾ। ਜਿਵੇਂ ਪ੍ਰਤਾਪ, ਉੱਜ ਪ੍ਰਤਾਪ ਲਿਖਿਆ, ਇਹਦਾ ਮਤਲਬ ਵੇਖਣ ਵਾਲੇ ਨੂੰ ਲੱਗਦਾ ਹੈ ਕਿ ਸਾਹਮਣੇ ਕੋਈ ਸੂਰਮਾ ਖੜਾ ਹੈ, ਕੋਈ ਯੋਧਾ ਖੜਾ ਹੈ, ਭਾਰੀ ਗੁਰੂ ਹੈ। ਉੱਜ ਪ੍ਰਤਾਪ ਸਰੀਰ ਆਨੰਦ। ਤੇ ਮਹਾਰਾਜ ਜੀ ਕੇ ਮੁਖ ਤੇ ਹਰ ਵਕਤ ਆਨੰਦ ਛਾਇਆ ਰਹਿੰਦਾ। ਸੋਗ ਤੇ ਗੁਰੂ ਕੇ ਅੰਦਰ ਹੈ ਹੀ ਨਹੀਂ ਗੁਰਮੁਖੋ। ਸੋ ਮਹਾਰਾਜ ਜੀ ਕੇ ਮੁਖ ਤੇ ਆਨੰਦ ਹੈ।
ਚਿਹਰੇ ਦੇ ਉੱਪਰ ਬਹੁਤ ਬਖਸ਼ਿਸ਼ ਹੈ, ਸਰੀਰ ਦੇ ਉੱਪਰ ਉਸ ਆਨੰਦ ਦੀ ਬੜੀ ਕਿਰਪਾ ਵਰਸਦੀ ਹੈ ਜੀ। ਦਿਨ ਪ੍ਰਤ ਚਾਰੋ ਵਧੈ ਬਿਲੰਦ। ਤੇ ਜਿਵੇਂ ਜਿਵੇਂ ਅਭਿਆਸ ਚੱਲਦਾ ਹੈ, ਜਿਵੇਂ ਜਿਵੇਂ ਮਹਾਰਾਜੇ ਕਰਤਵ ਕਰਦੇ ਹਨ, ਹੋਰ ਅਤੀ ਪ੍ਰਸੰਨ ਹੁੰਦੇ ਹਨ। ਜੇਤਿਕ ਸੰਬੰਧੀ ਪ੍ਰੇਮ ਕਰਨ ਤੇ। ਜਿਹੜੇ ਜਿਹੜੇ ਗੁਰਮੁਖ ਜਾਂ ਜਿਹੜੇ ਜਿਹੜੇ ਸੰਬੰਧੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸੰਗ ਅਤੀ ਪ੍ਰੇਮ ਕਰਦੇ ਹਨ, ਸੋ ਸਭ ਆਏ ਹਰਖ ਧਰਨ ਤੇ। ਮਹਾਰਾਜ ਜੀ ਕੇ ਪਾਸ ਆਉਂਦੇ ਨੇ, ਮਹਾਰਾਜ ਜੀ ਕੇ ਦਰਸ਼ਨ ਕਰਦੇ ਨੇ ਤੇ ਬਹੁਤ ਪ੍ਰਸੰਨ ਹੁੰਦੇ ਹਨ। ਗੁਰ ਹਰ ਗੋਬਿੰਦ ਜੀ ਕੀ ਤਨਿਆ। ਗੁਰੂ ਹਰ ਗੋਬਿੰਦ ਜੀ ਕੀ ਤਨਿਆ। ਧੰਨ ਗੁਰੂ ਹਰ ਗੋਬਿੰਦ, ਛੇਵੇਂ ਸਤਿਗੁਰੂ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਕੇ ਦਾਦਾ ਗੁਰਦੇਵ ਜੀ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਿਤਾ ਗੁਰਦੇਵ ਤੇ ਉਹਨਾਂ ਦੇ ਪੁੱਤਰ ਗੁਰੂ ਗੋਬਿੰਦ ਰਾਏ ਸਾਹਿਬ, ਦਾਦਾ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਤਨਿਆ, ਤਨਿਆ ਤੋਂ ਭਾਵ ਹੈ ਜਿਨ੍ਹਾਂ ਦੀ ਸੁਪੁੱਤਰੀ, ਇਤਿਹਾਸ ਨੇ ਨਾਮ ਸਾਂਭਿਆ ਉਸ ਸੁਪੁੱਤਰੀ ਦਾ ਬੀਬੀ ਵੀਰੋ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ 5 ਪੁੱਤਰ, ਪਹਿਲੇ ਵੀ ਜ਼ਿਕਰ ਕੀਤਾ, ਵੱਡੇ ਬਾਬਾ ਗੁਰਦਿੱਤਾ ਜੀ, ਉਸ ਤੋਂ ਛੋਟੇ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਤੇ 5ਵੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਤੇ ਇਹ 5 ਪੁੱਤਰਾਂ ਦੇ ਨਾਲ ਇੱਕ ਭੈਣ, ਉਹਨਾਂ ਦੀ ਸਤਿਗੁਰੂ ਜੀ ਕੀ ਸੁਪੁੱਤਰੀ ਬੀਬੀ ਵੀਰੋ ਜੀ। ਤੇ ਬੀਬੀ ਵੀਰੋ ਜੀ ਰਿਸ਼ਤੇ ਦੇ ਵਿੱਚ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਕੇ ਭੂਆ ਜੀ ਲੱਗਦੇ ਨੇ। ਇਹ ਬੜੇ ਨੋਟ ਕਰਨ ਯੋਗ ਬਾਤ ਹੈ, ਕਿਉਂਕਿ ਅੱਗੇ ਜਿਹੜੇ ਭੂਆ ਜੀ ਕੇ ਪੁੱਤਰ ਨੇ ਮਹਾਰਾਜ ਜੀ ਕੇ ਸੰਗ ਬਹੁਤ ਪ੍ਰੇਮ ਕਰਦੇ ਰਹੇ, ਜੰਗਾਂ ਯੁੱਧਾਂ ਦੇ ਵਿੱਚ ਵੀ ਜੀਤ ਮੱਲ ਸੰਗੋ ਸ਼ਹਾਦਤਾਂ ਤੱਕ ਉਹਨਾਂ ਨੇ ਮਹਾਰਾਜ ਜੀ ਕੇ ਸਾਥ ਦਿੱਤੇ। ਸੋ ਇੱਥੇ ਭਾਈ ਸਾਹਿਬ ਜੀ ਇਸ ਪਾਸੇ ਦੀ ਬਾਤ ਕਰਦੇ ਨੇ, ਕਹਿੰਦੇ ਨੇ ਗੁਰੂ ਹਰਗੋਬਿੰਦ ਜੀ ਕੀ ਤਨਿਆ, ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਕੀ ਸੁਪੁੱਤਰੀ ਬੀਬੀ ਵੀਰੋ ਜੀ ਹਨ। ਬੀਬੀ ਵੀਰੋ ਨਾਮ ਸੋ ਪੰਨਿਆ। ਸਾਡੇ ਇਤਿਹਾਸ ਵਿੱਚ ਉਹਨਾਂ ਦਾ ਨਾਮ ਬੀਬੀ ਵੀਰੋ ਜੀ ਹੈ ਜੀ। ਜਿਸ ਕੇ ਉਪਜੇ ਨੰਦਨ ਪੰਚ। ਜਿਨ੍ਹਾਂ ਦੇ ਗ੍ਰਹਿ ਵਿਖੇ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਸਦਕਾ 5 ਪੁੱਤਰ ਪ੍ਰਾਪਤ ਹੋਏ ਸਨ। ਮਹਾਬੀਰ ਗੁਣ ਗਨ ਜਿਨ ਸੰਚ। ਤੇ ਜਿਹੜੇ ਸੁਪੁੱਤਰ ਉਹਨਾਂ ਦੇ ਗ੍ਰਹਿ ਵਿਖੇ ਪ੍ਰਗਟ ਵਾਹਿਗੁਰੂ ਜਨਮੇ ਹਨ, ਉਹ ਵੀ ਬਹੁਤ ਮਹਾਬੀਰ ਵੱਡੇ ਯੋਧੇ ਹਨ, ਕਿਉਂਕਿ 2 ਸੁਪੁੱਤਰ ਮਹਾਰਾਜ ਜੀ ਕੇ ਸੰਗ ਭਗਾਣੀ ਦੇ ਜੰਗ ਵਿੱਚ ਸ਼ਹੀਦ ਹੋਏ। ਸੋ ਇਸ ਵੇਲੇ ਉਹ ਵੀ ਸੁਭਾਅ ਕਰਕੇ ਬੜੇ ਸੰਤ ਬਿਰਤੀ ਦੇ ਮਾਲਕ, ਸਰੀਰ ਕਰਕੇ ਬੜੇ ਸੂਰਮੇ ਯੋਧੇ ਸੰਤ ਸਿਪਾਹੀ ਕਹਿ ਲਈਏ, ਜਾਂ ਗੁਰੂ ਕੁਲ ਦੇ ਵਿੱਚ ਪ੍ਰਗਟ ਪੈਦਾ ਹੋਣ ਕਰਕੇ ਬਹੁਤ ਵੱਡੀ ਬਖਸ਼ਿਸ਼ ਦੇ ਮਾਲਕ ਹੋਏ ਹਨ। ਜਬ ਦਸਤਾਰ ਗੁਰੂ ਬੰਦਵਾਈ। ਜਿਸ ਵਕਤ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸ਼ਹਾਦਤ ਤੋਂ ਉਪਰੰਤ ਦਸਤਾਰਬੰਦੀ ਹੁੰਦੀ ਹੈ ਜੀ। ਤਬ ਕੇ ਆਨ ਰਹੇ ਸਰਨਾਈ। ਦਸਤਾਰਬੰਦੀ ਹੋਣ ਤੋਂ ਉਪਰੰਤ ਹੀ ਉਸ ਵਕਤ ਤੋਂ ਭੂਆ ਬੀਬੀ ਵੀਰੋ ਜੀ ਕੇ ਸੁਪੁੱਤਰ ਮਹਾਰਾਜ ਜੀ ਕੀ ਸ਼ਰਨ ਸ਼੍ਰੀ ਅਨੰਦਪੁਰ ਸਾਹਿਬ ਆ ਟਿਕੇ ਸਨ। ਪ੍ਰਭੂ ਕਿਰਪਾਲ ਹੋਏ ਡਿਗ ਰਾਖੇ। ਤੇ ਮਹਾਰਾਜ ਜੀ ਕਿਰਪਾਲੂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵੀ ਉਹਨਾਂ ਨੂੰ ਬੜੇ ਅਦਬ ਸਨਮਾਨ ਸਹਿਤ ਆਪਣੇ ਪਾਸ ਰੱਖਿਆ, ਕਿਉਂਕਿ ਰਿਸ਼ਤੇ ਵਿੱਚ ਆਪਾਂ ਕਵਾਂਗੇ ਭਰਾਤਾ ਜੀ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੁਪੁੱਤਰ ਗੁਰੂ ਗੋਬਿੰਦ ਰਾਏ ਸਾਹਿਬ ਜੀ ਤੇ ਬੀਬੀ ਵੀਰੋ ਜੀ ਕੇ ਸੁਪੁੱਤਰ ਭਾਈ ਜੀਤਮਾਲ ਸੰਗੋ ਸ਼ਾਦ, ਜਿਹੜੇ ਪੁੱਤਰ ਆਏ ਹਨ ਆਪਸ ਵਿੱਚ ਨਾਤਾ ਮਾਮਾ ਤੇ ਭੂਆ ਦੇ ਪੁੱਤਰਾਂ ਵਾਲਾ, ਆਪਸੀ ਭਰਾਤਾ ਵਾਲਾ ਨਾਤਾ ਹੈ। ਮਹਾਰਾਜ ਜੀ ਨੇ ਵੀ ਬੜੇ ਅਦਬ ਸਹਿਤ ਇਹਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਟਿਕਾਇਆ ਹੈ। ਸ਼ਸਤਰਨ ਵਿਦਿਆ ਮਹਿ ਅਬ ਲਾਖੇ। ਕਿਉਂਕਿ ਰੁਚੀ ਉਹਨਾਂ ਦੀ ਵੀ ਸ਼ਸਤਰ ਵਿਦਿਆ ਦੇ ਅੰਦਰ ਬਹੁਤ ਹੈ। ਸੋ ਸਤਿਗੁਰੂ ਜੀਆਂ ਨੇ ਇੱਥੇ ਆਪ ਅਭਿਆਸ ਕਰਨੇ ਨੇ, ਨਾਲ ਸਿੱਖ ਕਰਦੇ ਨੇ। ਮਹਾਰਾਜ ਜੀਆਂ ਨੇ ਉਹਨਾਂ ਨੂੰ ਵੀ ਪ੍ਰੇਰਣਾ ਕੀਤੀ ਹੈ ਕਿ ਜਿਤਨਾ ਹੋ ਸਕਦਾ ਵੱਧ ਤੋਂ ਵੱਧ ਆਪ ਵੀ ਇਹ ਵਿਦਿਆ ਪ੍ਰਾਪਤ ਕਰੋ। ਸ਼ਸਤਰ ਵਿਦਿਆ, ਵੱਖ-ਵੱਖ ਸ਼ਸਤਰਾਂ ਦੇ ਅਭਿਆਸ, ਤੀਰ ਕਮਾਨ ਦੀ ਵਿਦਿਆ, ਨੇਜੇਬਾਜ਼ੀ ਦੀ ਵਿਦਿਆ, ਜਾਂ ਘੋੜਿਆਂ ਤੇ ਚੜ੍ਹ ਕੇ ਸ਼ਸਤਰ ਚਲਾਉਣਾ ਉਹ ਵਿਦਿਆ, ਜਿਵੇਂ ਕਟਾਰ ਚਲਾਉਣੀ ਜਾਂ ਖੜਗ ਚਲਾਉਣੀ, ਇਦਾਂ ਦੀ ਜਿਹੜੀ ਸ਼ਸਤਰਾਂ ਦੀ ਮਹਾਨ ਵਿਦਿਆ ਹੈ ਉਹ ਗ੍ਰਹਿਣ ਕਰੋ ਜੀ। ਸੂਰਜ ਮਲ ਕੇ ਨੰਦਨ ਦੋਏ। ਨਾਲ ਬਾਬਾ ਸੂਰਜਮਲ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਵੱਡੇ ਸੁਪੁੱਤਰ, ਦੂਸਰੇ ਥਾਂ ਤੇ ਜਿਹੜੇ ਸਨ ਬਾਬਾ ਗੁਰਦਿੱਤਾ ਜੀ ਤੋਂ ਬਾਅਦ। ਅੱਗੇ ਉਹਨਾਂ ਦੇ ਜਿਹੜੇ 2 ਸੁਪੁੱਤਰ ਹਨ, ਗੁਰ ਸਮੀਪ ਰਹਿ ਬੇਲਗ ਸੋਏ। ਉਹ ਵੀ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਕੇ ਪਾਸ ਸ਼੍ਰੀ ਅਨੰਦਪੁਰ ਸਾਹਿਬ ਆ ਟਿਕੇ ਸਨ। ਇਸ ਤੋਂ ਪਹਿਲਾਂ ਭਾਵੇਂ ਕਿ ਬਾਬਾ ਸੂਰਜਮਲ ਜੀ ਦਾ ਸਾਰਾ ਪਰਿਵਾਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਵਸਦਾ, ਬਾਬਾ ਸੂਰਜਮਲ ਜੀ ਨੇ ਵੀ ਆਪਣਾ 5 ਭੂਤਕ ਸਰੀਰ ਇੱਥੇ ਹੀ ਸਮੇਟਿਆ।
ਉਹ ਇੱਥੇ ਹੀ ਉਹਨਾਂ ਨੇ ਬਿਆਨਾ ਕੀਤਾ, ਅੱਗੇ ਉਹਨਾਂ ਦੇ ਪੁੱਤਰ ਨੇ ਜੋ ਇਸ ਸਥਾਨ ਤੇ ਆ ਕਰਕੇ ਵਸੇ ਹਨ। ਕਬ ਕਬ ਕੀਰਤਪੁਰ ਮਹਿ ਜਾਏ, ਕਦੇ ਕਦੇ ਫਿਰ ਉਹ ਵਿੱਚੋਂ ਸਮਾਂ ਕੱਢ ਕੇ ਆਪਣੇ ਨਿਜ ਸਥਾਨ ਕੀਰਤਪੁਰ ਸਾਹਿਬ ਵੀ ਚਲੇ ਜਾਂਦੇ ਸਨ। ਸੋ ਉਹ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਸੰਗ ਉਹਨਾਂ ਦਾ ਵੀ ਬਹੁਤ ਪਿਆਰ ਹੈ। ਭਾਈ ਨੰਦ ਚੰਦ ਜੀ ਤੇ ਭਾਈ ਇਹ ਦੀਪ ਚੰਦ ਜੀ, ਇਹ ਦੋ ਪੁੱਤਰ ਜਿਹੜੇ ਨੇ, ਇਹਨਾਂ ਦਾ ਬੜਾ ਪਿਆਰ ਹੈ ਮਹਾਰਾਜ ਜੀ ਕੇ ਸੰਗ ਜੀਓ। ਪਰਚੇ ਰਹਿ ਆਨੰਦਪੁਰ ਥਾਏ, ਮਹਾਰਾਜ ਜੀ ਕੇ ਪਾਸ ਆਨੰਦਪੁਰ ਆ ਕਰਕੇ ਬਹੁਤ ਪ੍ਰਸੰਨ ਹੁੰਦੇ ਹਨ, ਬਹੁਤ ਆਨੰਦ ਮਾਣਦੇ ਹਨ। ਕੇਤੇ ਸਿੱਖ ਸੇਵਕ ਡਿਗ ਰਹਿ, ਹੋਰ ਵੀ ਬਹੁਤ ਸਾਰੇ ਸਿੱਖ ਸੇਵਕ ਹਨ ਜਿਹੜੇ ਮਹਾਰਾਜ ਜੀ ਕੇ ਪਾਸ ਸ਼੍ਰੀ ਆਨੰਦਪੁਰ ਸਾਹਿਬ ਆ ਕਰਕੇ ਰਹਿੰਦੇ ਹਨ। ਜਨਮ ਸਫਲ ਗੁਰ ਦਰਸ਼ਨ ਲਹੈ, ਜਿਨ੍ਹਾਂ ਦੀ ਅੰਦਰੂਨੀ ਭਾਵਨਾ ਇਹ ਹੈ ਕਿ ਮਹਾਰਾਜ ਜੀ ਕੇ ਪਾਸ ਰਹਿ ਕਰਕੇ ਸਾਨੂੰ ਰੋਜ਼ਾਨਾ ਸਤਿਗੁਰੂ ਜੀ ਕੇ ਦਰਸ਼ਨ ਹੁੰਦੇ ਹਨ, ਤੇ ਗੁਰੂ ਦਰਸ਼ਨਾਂ ਦੀ ਜਿਹੜੀ ਬਖਸ਼ਿਸ਼ ਹੈ ਸਾਡੇ ਸਿੱਖਾਂ ਦੇ ਜਨਮ ਸਫਲ ਹੋ ਜਾਂਦੇ ਨੇ। ਸਭ ਤੋਂ ਵੱਡੀ ਬਖਸ਼ਿਸ਼ ਹੈ ਗੁਰਮੁਖੋ, ਜਿਹੜੇ ਸਿੱਖ ਗੁਰੂ ਦੇ ਰੋਜ਼ਾਨਾ ਦਰਸ਼ਨ ਕਰਦੇ ਨੇ ਨਾ। ਬਾਬਾ ਜੀ ਨੇ ਬਾਣੀ ਵਿੱਚ ਦਰਸ਼ਨਾਂ ਦਾ ਬਹੁਤ ਵੱਡਾ ਮਹਾਤਮ ਲਿਖਿਆ। ਆਪ ਕਦੇ ਬਾਣੀ ਦੇ ਦਰਸ਼ਨ ਕਰੋ, ਉਹ ਸ਼ਬਦ ਸਾਨੂੰ ਵਿੱਚੋਂ ਦਰਸ਼ਨ ਹੁੰਦੇ ਨੇ। ਗੁਰ ਜੀ ਕੇ ਦਰਸ਼ਨ ਕਉ ਬਲ ਜਾਉ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਮਤਲਬ ਕੀ ਹੈ? ਦਰਸ਼ਨ ਦੇਖ ਕੇ ਕੀ ਜੀਵਨ ਮਿਲਦਾ ਹੈ, ਸਫਲ ਹੁੰਦਾ। ਜੀਵਾਂ ਦਾ ਮਤਲਬ ਹੀ ਹੈ ਪੂਰਨ ਕਰਮ ਹੋਏ ਪ੍ਰਭ ਮੇਰਾ। ਸੋ ਉਹਨਾਂ ਦੀ ਇੱਕ ਭਾਵਨਾ ਹੈ ਕਿ ਜਿਹੜਾ ਸਿੱਖ ਸ਼੍ਰੀ ਅਨੰਦਪੁਰ ਸਾਹਿਬ ਜਾ ਕਰਕੇ ਰਹਿੰਦਾ ਹੈ, ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਕੇ ਦਰਸ਼ਨ ਕਰਦਾ ਹੈ, ਸੋ ਸਤਿਗੁਰੂ ਜੀ ਤਰੁੱਠ ਕਰਕੇ ਉਹਦਾ ਜਨਮ ਮਰਨ ਕੱਟ ਦਿੰਦੇ ਹਨ। ਇਸ ਭਾਵਨਾ ਨੂੰ ਲੈ ਕਰਕੇ ਬਹੁਤ ਸਾਰੇ ਦੂਰ ਦੇਸ਼ਾਂ ਦੇ, ਨੇੜੇ ਦੇਸ਼ਾਂ ਦੇ ਸਾਰੇ ਸਿੱਖ ਮਹਾਰਾਜ ਜੀ ਕੇ ਪਾਸ ਸਮੇਂ-ਸਮੇਂ ਹਾਜ਼ਰੀ ਲਵਾ ਕੇ ਇਸ ਸਥਾਨ ਤੇ ਆ ਕਰਕੇ ਸੇਵਾ ਕਰਿਆ ਕਰਦੇ ਹਨ। ਨਾਲ ਯੁੱਧ ਵਿਦਿਆ ਦੇ ਅਭਿਆਸ, ਸ਼ਸਤਰ ਵਿਦਿਆ ਗ੍ਰਹਿਣ ਕਰਦੇ ਹਨ। ਵਿਦਿਆ ਕਰੈ ਬੰਦੂਕਨ ਕੇਰੀ, ਤੇ ਕੁਝ ਖਾਸ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਹੁਕਮਾਂ ਸਹਿਤ ਬੰਦੂਕ ਦੀ ਜਿਹੜੀ ਵਿਦਿਆ ਹੈ, ਕਿਉਂਕਿ ਇਹ ਵੀ ਕੋਈ ਆਮ ਬਾਤ ਨਹੀਂ ਹੈ। ਕਹਿ ਦੇਣਾ ਬੜਾ ਸੌਖਾ ਹੈ ਜੀ ਬੰਦੂਕ ਹੈ, ਜਾਂ ਅੱਜ ਦੇ ਸਮੇਂ ਵਿੱਚ ਅਸੀਂ ਵੇਖਦੇ ਹਾਂ ਜਦੋਂ ਕੋਈ ਗੱਲ ਕਰਦਾ ਬੰਦੂਕ ਰੱਖਣੀ ਹੈ, ਇਹਨੂੰ ਫੜਨਾ ਹੱਥ ਵਿੱਚ ਬਹੁਤ ਸੌਖਾ ਗੁਰਮੁਖੋ, ਪਰੰਤੂ ਇਹਦਾ ਨਿਸ਼ਾਨਾ ਭੇਦਣਾ, ਇਹਨੂੰ ਚਲਾਉਣਾ, ਇਹਦੇ ਲਈ ਸੱਚਮੁੱਚ ਇੱਕ ਸੂਰਮੇ ਵਾਲਾ ਅੰਦਰ ਚਾਹੀਦਾ ਹੈ। ਅੰਦਰ ਇੱਕ ਦ੍ਰਿੜਤਾ, ਇੱਕ ਸਾਹਸ, ਇੱਕ ਦਲੇਰੀ ਚਾਹੀਦੀ ਹੈ। ਸੋ ਸਤਿਗੁਰੂ ਜੀਆਂ ਨੇ ਨਾ ਆਪਣੇ ਕੋਈ ਨਿੱਜੀ ਸਿੱਖਾਂ ਦੇ ਵਿੱਚੋਂ ਵਿਸ਼ੇਸ਼ ਦਸਤਾ ਕਹਿ ਲਈਏ, ਕਿਉਂਕਿ ਸਾਰੀ ਫੌਜ ਸਜਣੀ ਆਉਣ ਵਾਲੇ ਸਮਿਆਂ ਦੇ ਅੰਦਰ ਬੰਦੂਕਧਾਰੀ ਵੀ ਹੋਣਗੇ, ਤੋਪਚੀ ਵੀ ਹੋਣਗੇ, ਘੋੜਸਵਾਰ ਵੀ ਹੋਣਗੇ, ਹਾਥੀ ਤੇ ਚੜ੍ਹਨ ਵਾਲੀ ਫੌਜ ਵੀ ਹੈ, ਦਲ ਵੀ, ਨੇਜੇਬਾਜੀ ਵਾਲੇ ਵੀ। ਸੋ ਸਤਿਗੁਰੂ ਜੀਆਂ ਨੇ ਬੜੇ ਨਿਯਮ ਅਨੁਸਾਰ ਆਪਣੀ ਫੌਜ ਨੂੰ ਤਿਆਰ ਕੀਤਾ ਹੈ, ਤੇ ਬੜੇ ਸਿੱਖਾਂ ਨੂੰ ਵਿਸ਼ੇਸ਼ ਕਰਕੇ ਇਹ ਡਿਊਟੀਆਂ ਲਾ ਦਿੱਤੀਆਂ ਸੀਗੀਆਂ ਵੀ ਜਿਹੜਾ ਜਿਸ ਵਿਦਿਆ ਦੇ ਵਿੱਚ ਮਹਾਨ ਪ੍ਰਵੀਨਤਾ ਰੱਖਦਾ ਉਹਨੂੰ ਉਸੇ ਦੇ ਅੰਦਰ ਹੀ ਮਹਾਨਤਾ ਦਿੱਤੀ ਜਾਏ। ਵੱਖ-ਵੱਖ ਦਸਤੇ ਤਿਆਰ ਹੁੰਦੇ ਸਨ ਮਹਾਰਾਜ ਜੀ ਕੀ ਫੌਜ ਦੇ। ਸੋ ਬਹੁਤ ਲੰਬੇਰਾ ਇਤਿਹਾਸ ਹੈ ਇਸ ਪੱਖ ਤੇ। ਸੋ ਮਹਾਰਾਜ ਜੀ ਨੇ ਕੁਝ ਸਿੱਖਾਂ ਨੂੰ ਇਹ ਹਿਦਾਇਤ ਕੀਤੀ ਹੈ ਕਿ ਭਾਈ ਬੰਦੂਕ ਦੀ ਵਿਦਿਆ ਵੀ ਲਵੋ। ਮਹਾਰਾਜ ਆਪ ਵੀ ਬੰਦੂਕ ਨਾਲ ਬਹੁਤ ਸੋਹਣਾ ਨਿਸ਼ਾਨਾ ਭੇਦ ਲੈਂਦੇ ਨੇ, ਕਿਉਂਕਿ ਜਿਹਨੂੰ ਤੀਰ ਦੀ ਵਿਦਿਆ ਆਉਂਦੀ ਹੈ ਨਾ, ਉਹ ਬੰਦੂਕ ਨੂੰ ਵੀ ਸਹਿਜੇ ਚਲਾ ਸਕਦਾ, ਉਹਦੇ ਲਈ ਕੁਝ ਮੁਸ਼ਕਲ ਨਹੀਂ ਹੈ। ਸੋ ਮਹਾਰਾਜ ਆਪ ਵੀ ਇਹ ਸ਼ਸਤਰ ਚਲਾਉਣਾ ਜਾਣਦੇ ਨੇ। ਨਾਲ ਮਹਾਰਾਜ ਜੀ ਨੇ ਆਪਣੇ ਕੁਝ ਸਿੱਖਾਂ ਨੂੰ ਇਹ ਕਿਹਾ ਕਿ ਭਾਈ ਵੇਖੋ ਸਮੇਂ ਦੀ ਲੋੜ ਹੈ, ਜੋ ਕੁਝ ਹਕੂਮਤਾਂ ਕਰ ਰਹੀਆਂ ਨੇ ਸਾਨੂੰ ਟਾਕਰੇ ਕਰਨੇ ਪੈ ਸਕਦੇ ਨੇ, ਇਸ ਲਈ ਹੁਣੇ ਤੋਂ ਹੀ ਇਹ ਪ੍ਰਬੰਧ ਕਰਨੇ ਨੇ। ਆਪ ਜਿਤਨਾ ਹੋ ਸਕਦਾ, ਜਿਹੜੇ ਯੁੱਧ ਵਿਦਿਆ ਲੈਣਾ ਚਾਹੁੰਦੇ ਨੇ ਸਿੱਖ ਤੇ ਕੋਈ ਵੀ ਗੁਰੂ ਨੂੰ ਮਨਾ ਨਹੀਂ ਕਰ ਸਕਦਾ। ਸੋ ਇਸ ਵਿਦ ਮਹਾਰਾਜ ਜੀ ਉਹਨਾਂ ਨੂੰ ਬੰਦੂਕ ਦੀ ਵਿਦਿਆ ਦਿੰਦੇ ਹਨ। ਗੁਲਕਾ ਹਤੈ ਲਛ ਦੇ ਗੇਰੀ, ਜਦੋਂ ਕਿਤੇ ਮਿਲ ਕਰਕੇ ਸਾਰੇ ਸਿੱਖੇ ਵਿਦਿਆ ਲੈ ਕਰਕੇ ਤੇ ਫਿਰ ਗੋਲੀਆਂ ਚਲਾਉਂਦੇ ਹਨ। ਫਿਰ ਜਿਵੇਂ ਕਿਸੇ ਦੁਸ਼ਮਣ ਨੂੰ ਹਤਨ ਦੇ ਲਈ ਚਫੇਰਿਓਂ ਵਾਰ ਹੁੰਦਾ, ਇਸ ਵਿਦ ਮਹਾਰਾਜ ਅਭਿਆਸ ਕਰਵਾ ਰਹੇ ਹਨ। ਪਿਖ ਪਿਖ ਕਲਗੀ ਦਰ ਹਰ ਖਾਵੈ, ਤੇ ਜਦੋਂ ਸਿੱਖੇ ਵਿਦਿਆ ਲੈ ਕਰਕੇ ਸਾਰੇ ਕਰਤੱਵ ਕਰਦੇ ਹਨ, ਤੇ ਧੰਨ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਜਿਵੇਂ ਆਪਣੇ ਸਿੱਖਾਂ ਨੂੰ ਵੇਖਦੇ ਹਨ ਸ਼ਸਤਰ ਚਲਾਉਂਦੇ, ਫਿਰ ਬਹੁਤ ਪ੍ਰਸੰਨ ਹੁੰਦੇ ਹਨ। ਕਿਉਂਕਿ ਸਾਡਾ ਇਤਿਹਾਸ ਕਹਿੰਦਾ ਜਦੋਂ ਸਿੱਖ ਇਸ ਵਿਦਿਆ ਅੰਦਰ ਪ੍ਰਵੀਣ ਹੋ ਗਏ, ਇਸ ਵਿਦਿਆ ਨੂੰ ਸਿੱਖ ਗਿਆ, ਮਹਾਰਾਜ ਨੇ ਫਿਰ ਬੜੀ ਖੁਸ਼ੀ ਕੀਤੀ, ਨਾਮ ਦਿੱਤੇ ਉਹਨਾਂ ਨੂੰ। ਆਪਣੀ ਫੌਜ ਦੇ ਮੁਖੀ ਥਾਪੇ, ਜਥੇਦਾਰ ਥਾਪੇ, ਫੌਜ ਵਿੱਚ ਉਹਨਾਂ ਨੂੰ ਵੱਖਰੇ ਨਾਮ ਦਿੱਤੇ, ਉਪਾਧੀਆਂ ਦਿੱਤੀਆਂ। ਕਿਉਂਕਿ ਗੁਰੂ ਕੀ ਫੌਜ ਦੀ ਗੱਲ ਇਦਾਂ ਨਹੀਂ ਵੀ ਆਪਾਂ ਕਹਿ ਲਈਏ ਚਲੋ ਜੀ ਖਾਲਸਾਈ ਫੌਜ ਮਹਾਰਾਜ ਜੀ ਦੇ ਨਾਲ ਲੜ ਪਈ। ਸੱਚਮੁੱਚ ਜਿਸ ਫੌਜ ਦੇ ਨਾਲ ਖਾਲਸਾਈ ਫੌਜ ਨੇ ਟਾਕਰੇ ਕਰਨੇ, ਆਪ ਕਦੇ ਇਤਿਹਾਸ ਦੇ ਪੰਨਿਆਂ ਨੂੰ ਪੜ੍ਹ ਕੇ ਵੇਖੋ, 10 ਲੱਖ ਨੂੰ ਗੁਰੂ ਕੇ 40 ਸਿੱਖ ਮਾਤ ਪਾਉਂਦੇ ਨੇ।
ਹਜ਼ਾਰਾਂ ਦੀ ਫੌਜ ਨੂੰ ਗੁਰੂ ਕੇ 500 ਸਿਪਾਹੀ ਆਨੰਦਪੁਰ ਸਾਹਿਬ ਮਾਤ ਪਾ ਕੇ ਹਾਰਨ ਲਈ ਮਜਬੂਰ ਕਰ ਦਿੰਦੇ ਨੇ, ਪਿਛਾਂ ਮੋੜ ਦਿੰਦੇ ਨੇ। ਇਹ ਨਿਯਮਬੱਧ ਤਰੀਕੇ ਤੋਂ ਬਿਨਾਂ ਨਹੀਂ ਹੋ ਸਕਦਾ। ਵੱਡੀਆਂ ਵੱਡੀਆਂ ਫੌਜਾਂ ਗੁਰੂ ਕੇ ਚੁਨਿੰਦਾ ਖਾਲਸਿਆਂ ਨੇ, ਸਿਪਾਹੀਆਂ ਨੇ ਉਹਨਾਂ ਦੇ ਮੁੱਖ ਮੋੜ ਕੇ ਰੱਖ ਦਿੱਤੇ। ਵਾਰ ਹੀ ਐਸੇ ਹੁੰਦੇ ਸਨ ਵੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਵੀ ਕਿਸ ਪਾਸੇ ਵੱਲੇ ਨੂੰ ਹੁਣ ਅਸੀਂ ਵਧੀਏ। ਸੋ ਇਹ ਵਿਦਿਆ ਹੈ। ਅਜੇ ਅਸੀਂ ਗੱਲ ਕੇਵਲ ਅਭਿਆਸ ਦੀ ਕਰ ਰਹੇ ਹਾਂ। ਉਹ ਸਾਰੇ ਹਾਲ ਅੱਗੇ ਗੁਰੂ ਕੇ ਜੀਵਨ ਅੰਦਰੋਂ ਆਉਣਗੇ। ਸਹਿਜੇ ਸਹਿਜੇ ਆਪਾਂ ਯਤਨ ਕਰਾਂਗੇ, ਗੁਰੂਦੇਵ ਰਹਿਮਤ ਕਰਨ। ਸੋ ਮਹਾਰਾਜ ਜਦੋਂ ਵੇਖਦੇ ਹਨ ਨਾ ਆਪਣੇ ਸਿੱਖਾਂ ਨੂੰ ਯੁੱਧ ਵਿਦਿਆ ਦੇ ਅੰਦਰ ਪ੍ਰਵੀਣਤਾ ਪ੍ਰਾਪਤ ਕਰਦਿਆਂ, ਮਹਾਤਰਤਾ ਹਾਸਲ ਕਰਦਿਆਂ, ਫਿਰ ਗੁਰਦੇਵ ਤਰੁੱਠ ਪੈਂਦੇ ਨੇ, ਆਪਣੇ ਮੁਖ ਤੋਂ ਅਸੀਸਾਂ ਬਖਸ਼ਦੇ ਹਨ, ਖੁਸ਼ ਹੁੰਦੇ ਹਨ। ਕਰੈ ਸਰਾਹਨ ਪੁਨ ਚਲਵਾਵੈ। ਤੇ ਇੱਕ ਵਾਰ ਜਿਵੇਂ ਬੰਦੂਕਧਾਰੀ ਜਿਹੜੇ ਸਿੱਖ ਹਨ ਉਹ ਜਦੋਂ ਨਿਸ਼ਾਨਾ ਭੇਜਦੇ ਹਨ ਤੇ ਮਹਾਰਾਜ ਪ੍ਰਸੰਨ ਹੁੰਦੇ ਹਨ। ਵੇਖ ਕੇ ਫਿਰ ਇਸ਼ਾਰਾ ਕਰਦੇ ਹਨ ਵੀ ਇਦਾਂ ਹੀ ਇੱਕ ਨਿਸ਼ਾਨਾ ਹੋਰ ਲਾਇਆ ਜਾਵੇ। ਜਿਵੇਂ ਬਚਨ ਲਿਖੇ ਨੇ, ਕਰੈ ਸਹਾਰਨ ਸਰਾਹਨ ਪੁਨ ਚਲਵਾਵੈ। ਪੁਨ ਦਾ ਮਤਲਬ ਫਿਰ ਦੁਬਾਰਾ ਇਸ਼ਾਰਾ ਕਰ ਦਿੰਦੇ ਨੇ ਕਿ ਜਿਵੇਂ ਪਹਿਲਾਂ ਨਿਸ਼ਾਨਾ ਲਾਇਆ ਨਾ ਇਸ ਥਾਂ ਦਾ, ਉਸੇ ਤਰ੍ਹਾਂ ਇੱਕ ਵਾਰ ਸਾਰੇ ਸਿੱਖ ਫਿਰ ਕਰੋ। ਸੋ ਇਹ ਮਹਾਰਾਜ ਜੀ ਕੀ ਮੌਜ ਹੈ ਤੇ ਯੁੱਧ ਵਿਦਿਆ ਦੀ ਅਭਿਆਸ ਹੈ ਜੀ। ਬਾਨ ਕਮਾਨ ਗਏ ਸਭ ਹਾਥਾ। ਇਸੇ ਤਰ੍ਹਾਂ ਹੀ ਤੀਰ ਦੀ ਵਿਦਿਆ ਦਾ ਅਭਿਆਸ ਹੈ। ਸਾਰੇ ਸਿੱਖਾਂ ਨੂੰ ਇੱਕੇ ਵਾਰ ਹੱਥ ਵਿੱਚ ਕਮਾਨ ਤੀਰ ਫੜਾ ਕਰਕੇ ਤੇ ਫਿਰ ਉਹਨਾਂ ਨੂੰ ਆਪਣੇ ਆਪਣੇ ਨਿਸ਼ਾਨੇ ਦੇ ਦੇਣੇ। ਤੇ ਜਿਹੜਾ ਸਭ ਤੋਂ ਵੱਧ ਨਿਸ਼ਾਨਾ ਭੇਦਦਾ ਹੈ ਜੀ, ਤਾਨ ਤਾਨ ਛੋੜੈ ਬਲ ਸਾਥਾ। ਬਾਣ ਦੇ ਉੱਪਰ ਤਾਨ ਲਾ ਕਰਕੇ, ਜ਼ੋਰ ਲਾ ਕਰਕੇ ਜਦੋਂ ਤੀਰ ਛੱਡਿਆ ਜਾਂਦਾ ਹੈ, ਡਿਗ ਕਿਰਪਾਲ ਮਾਤੁਲ ਨਿਤ ਹੇਰੈ। ਤੇ ਉਸ ਵਕਤ ਮਹਾਰਾਜ ਇਤਨੇ ਪ੍ਰਸੰਨ ਹੁੰਦੇ ਹਨ। ਬਚਨ ਲਿਖੇ ਨੇ ਭਾਈ ਸਾਹਿਬ ਜੀ ਹੋਰਾਂ ਨੇ, ਡਿਗ ਕਿਰਪਾਲ ਮਾਤੁਲ ਨਿਤ ਹੇਰੈ। ਮਹਾਰਾਜ ਆਪਣੇ ਮਾਮਾ ਕਿਰਪਾਲ ਚੰਦ ਜੀਆਂ ਦੇ ਨਾਲ ਉੱਚੇ ਥਾਂ ਤੇ ਖੜੇ ਹੋ ਕੇ ਵੇਖ ਰਹੇ ਹੁੰਦੇ ਨੇ। ਤੇ ਜਦੋਂ ਨਿਸ਼ਾਨਾ ਸਹੀ ਟਿਕਾਣੇ ਤੇ ਕਿਸੇ ਯੋਧੇ ਦਾ ਜਾ ਕੇ ਲੱਗਦਾ ਹੈ ਨਾ, ਤੇ ਮਾਮਾ ਜੀ ਨੂੰ ਮੁਸਕਰਾ ਕੇ ਕਹਿੰਦੇ ਨੇ, ਵੇਖਿਆ ਜੀ। ਵੇਖੋ ਇਹ ਬੜੀ ਵੱਡੀ ਬਖਸ਼ਿਸ਼। ਜੇ ਇਤਿਹਾਸ ਵਿੱਚ ਆ ਕੇ ਵੇਖਾਂਗੇ ਨਾ ਤੇ ਬਹੁਤ ਅਗਮ ਨਜ਼ਾਰੇ ਨਜ਼ਰ ਆਉਣਗੇ। ਚਲੋ ਜੇ ਉੱਦਾਂ ਗੱਲ ਕਰਾਂਗੇ ਤੇ ਮੇਰਾ ਖਿਆਲ ਹੈ ਇਹ ਏਡਾ ਰਸ ਨਹੀਂ ਬਣਨਾ। ਜੇ ਇਤਿਹਾਸ ਦੇ ਵਿੱਚ ਆ ਕੇ ਵੇਖਾਂਗੇ ਤੇ ਬੜੀ ਬਖਸ਼ਿਸ਼ ਸਾਨੂੰ ਮਿਲੇਗੀ। ਜਿਸ ਵਕਤ ਕੋਈ ਗੁਰੂ ਕਾ ਸਿੱਖ ਗੁਰੂ ਕੀ ਇਸ਼ਾਰੇ ਅਨੁਸਾਰ ਐਨ ਠੀਕ ਨਿਸ਼ਾਨੇ ਤੇ ਤੀਰ ਲਾ ਦਿੰਦਾ ਜਾਂ ਗੋਲੀ ਚਲਾ ਦਿੰਦਾ, ਮਹਾਰਾਜ ਫਿਰ ਉਸ ਵਕਤ ਆਪਣੇ ਮਾਮਾ ਜੀ ਵੱਲ ਮੁੱਖ ਕਰਕੇ ਕਹਿੰਦੇ ਨੇ, ਮਾਮਾ ਜੀ ਆਹ ਵੇਖੋ, ਆਹ ਨੇ ਸਾਡੇ ਨਿਸ਼ਾਨੇਧਾਰੀ, ਸਾਡੇ ਸ਼ਸਤਰ ਵਿਦਿਆ ਵਿੱਚ ਪ੍ਰਵੀਣ ਸਿੱਖ। ਕਿਉਂਕਿ ਬਚਨ ਲਿਖੇ ਨੇ ਭਾਈ ਜੀ, ਡਿਗ ਕਿਰਪਾਲ ਮਾਤੁਲ ਨਿਤ ਹੇਰਾ। ਮਾਤੁਲ ਦੇ ਅਖਰੀ ਅਰਥ ਨੇ ਮਾਮਾ ਜੀ। ਉਹਨਾਂ ਵੱਲ ਵੇਖ ਕਰਕੇ ਤੇ ਫਿਰ ਇਉਂ ਬਚਨ ਕਰਦੇ ਹਨ, ਸਭਨ ਵਿਦਿਆ ਦੇਤ ਵਡੇਰੈ। ਗੁਰਦੇਵ ਕਹਿੰਦੇ ਹਨ ਵੀ ਇਹ ਵਿਦਿਆ ਅਸੀਂ ਸਾਰਿਆਂ ਨੂੰ ਦੇ ਦੇਣੀ ਹੈ। ਤੇ ਸੱਚਮੁੱਚ ਆ ਜਿਹੜਾ ਸਾਨੂੰ ਵੀ ਗਾਤਰੇ ਵਿੱਚ ਮਹਾਰਾਜ ਨੇ ਸ੍ਰੀ ਸਾਹਿਬ ਦਿੱਤੀ ਹੈ ਨਾ, ਉਹ ਗੱਲ ਵੱਖਰੀ ਹੈ ਵੀ ਅੱਜ ਦੇ ਅਜੋਕੇ ਸਿੱਖ ਨੂੰ ਇਹਦਾ ਪਤਾ ਹੀ ਨਹੀਂ ਵੀ ਇਹਦੀ ਕੋਈ ਮਹਾਨਤਾ ਹੈ, ਇਹਦੇ ਵਾਰ ਦਾ ਨਹੀਂ ਪਤਾ ਵੀ ਕਿੱਦਾਂ ਚਲਾਉਣੀ ਹੈ, ਕਿੱਦਾਂ ਚੱਲਣਾ ਹੈ। ਇਸ ਪੱਖੋਂ ਅਸੀਂ ਬਿਲਕੁਲ ਨਲਾਇਕ ਹਾਂ, ਮੈਨੂੰ ਮਾਫ ਕਰਿਓ। ਮਹਾਰਾਜ ਕਹਿੰਦੇ ਨੇ ਵੀ ਅਸੀਂ ਸਾਰੇ ਸਿੱਖਾਂ ਨੂੰ ਇਸ ਵਿਦਿਆ ਵਿੱਚ ਪ੍ਰਵੀਣ ਵੇਖਣਾ ਚਾਹੁੰਦੇ ਹਾਂ, ਤਾਂ ਜੋ ਕਿਤੇ ਕੋਈ ਸੰਕਟ ਬਣੇ ਸਿੱਖ ਆਪਣੀ, ਆਪਣੇ ਸਮਾਜ ਦੀ, ਆਪਣੇ ਦੇਸ਼ ਦੀ, ਆਪਣੇ ਸ਼ਸਤਰ ਨਾਲ ਰੱਖਿਆ ਕਰ ਸਕੇ। ਮਹਾਰਾਜ ਜੀ ਦਾ ਮੁੱਖ ਮੋਟਿਵ ਕਹਿ ਲਈਏ, ਉਹਨਾਂ ਦਾ ਮੁੱਖ ਉਦੇਸ਼ ਹੈ। ਸੋ ਇਸ ਵੇਦਨਾ ਮਹਾਰਾਜ ਬਖਸ਼ਿਸ਼ ਕਰਦੇ ਨੇ, ਸਭਨ ਵਿਦਿਆ ਦੇਤ ਵਡੇਰੈ। ਮਾਮਾ ਜੀ ਨੂੰ ਕਹਿੰਦੇ ਨੇ ਵੀ ਇਹ ਵਿਦਿਆ ਅਸੀਂ ਸਭ ਨੂੰ ਦੇ ਦੇਣੀ ਹੈ ਜੀ। ਹੈ ਅਰੂੜ ਕਬ ਵਹਿਰ ਸਿਧਾਰੈ। ਕਦੇ ਕਦੇ ਘੋੜੇ ਦੇ ਉੱਪਰ ਚੜ ਕੇ ਤੇ ਫਿਰ ਨਿਸ਼ਾਨੇ ਲਾਉਣੇ, ਇਹ ਵੀ ਇੱਕ ਸ਼ਸਤਰ ਵਿਦਿਆ ਦਾ ਅਭਿਆਸ ਹੈ ਜੀ। ਤੋਮਰ ਗਹਿ ਪਰਮਾਏ ਪ੍ਰਹਾਰੈ। ਆਪਣੇ ਹੱਥ ਵਿੱਚ ਨੇਜਾ ਫੜ ਕੇ, ਤੋਮਰ ਕਿਹਾ ਜਾਂਦਾ ਨੇਜੇ ਨੂੰ, ਨੇਜਾ ਫੜ ਕੇ ਤੇ ਘੋੜੇ ਦੇ ਉੱਪਰ ਖੜੇ ਹੋ ਕਰਕੇ, ਜਿਵੇਂ ਅੱਜ ਵੀ ਆਪ ਕਦੇ ਵੇਖੋ ਨਾ ਗੁਰੂ ਕੀਆਂ ਲਾਡਲੀਆਂ ਫੌਜਾਂ ਜਿਹੜੀਆਂ ਨੇ, ਨਿਹੰਗ ਸਿੰਘ, ਉਹਨਾਂ ਕੋਲੇ ਸਾਰੇ ਅਭਿਆਸ ਹੈ ਨੇ ਸ਼ਸਤਰਾਂ ਦੇ। ਅੱਜ ਉਹ ਫੌਜਾਂ ਜਿੱਥੇ ਜਿੱਥੇ ਵਿਚਰਦੀਆਂ ਨੇ ਜਾਂ ਖਾਸ ਸਮਿਆਂ ਤੇ, ਜਿਵੇਂ ਹੋਲਾ ਮਹੱਲਾ, ਦੀਵਾਲੀ ਆਦਿਕ ਪੁਰਬਾਂ ਤੇ, ਸ਼੍ਰੀ ਅਨੰਦਪੁਰ ਸਾਹਿਬ ਜਾਂ ਹੋਰ ਖਾਸ ਸਥਾਨਾਂ ਤੇ ਫੌਜਾਂ ਆਪਣੇ ਜੰਗੀ ਕਰਤੱਵ ਵਿਖਾਉਂਦੀਆਂ ਨੇ ਸਾਨੂੰ, ਉਹਨਾਂ ਕੋਲੇ ਸਾਰੇ ਅਭਿਆਸ ਨੇ। ਤੇ ਕਈ ਵਾਰ ਦਰਸ਼ਨ ਕਰੀਏ ਨਾ ਇਹਨਾਂ ਵਿਸ਼ੇਸ਼ ਪੁਰਬਾਂ ਤੇ ਉਹ ਕੀ ਕਰਦੇ ਨੇ, ਦੋ ਘੋੜਿਆਂ ਨੂੰ ਜੋੜ ਕੇ ਉੱਪਰ ਚੜ ਜਾਣਾ ਤੇ ਹੱਥ ਵਿੱਚ ਸ਼ਸਤਰ ਲੈ ਲੈਣਾ ਤੇ ਉਸ ਸ਼ਸਤਰ ਦਾ ਐਸਾ ਪ੍ਰਹਾਰ ਕਰਨਾ, ਤੀਰ ਕਮਾਨ ਚਲਾ ਦੇਣਾ, ਤੇਗ ਦਾ ਵਾਰ ਕਰਨਾ, ਨੇਜਾ ਮਾਰਨਾ ਤੇ ਉਹ ਉੱਪਰ ਚੱਲਦੇ ਹੋਏ ਘੋੜਿਆਂ ਦੇ ਉੱਪਰ ਤੁੜ ਕੇ ਤੇ ਨਿਸ਼ਾਨਾ ਭੇਜ ਦੇਣਾ। ਇਸ ਵਿਧ ਮਹਾਰਾਜ ਇਹ ਅਭਿਆਸ ਆਪ ਵੀ ਕਰਦੇ ਨੇ ਤੇ ਸਿੱਖਾਂ ਨੂੰ ਵੀ ਕਹਿੰਦੇ ਨੇ, ਕਰੋ ਭਾਈ। ਤੋਮਰ ਗਹਿ ਭਰਮਾਏ ਪ੍ਰਹਾਰੈ, ਹੱਥ ਵਿੱਚ ਨੇਜਾ ਲੈ ਕੇ ਤੇ ਘੁਮਾ ਕੇ ਸੱਟਣਾ, ਚੱਲਦੇ ਹੋਏ ਘੋੜੇ ਦੇ ਉੱਪਰੋਂ ਬਹਿ ਕਰਕੇ ਜਾਂ ਖੜੇ ਹੋ ਕਰਕੇ ਨਿਸ਼ਾਨਾ ਭੇਜਣਾ। ਸੋ ਇਹ ਬੜੀ ਮਹਾਨਤਾ ਹੈ ਮਹਾਰਾਜ ਜੀ ਕੀ। ਮਹਾਰਾਜ ਨੇ ਇਹ ਵਿਦਿਆ ਆਪ
ਗ੍ਰਹਿਣ ਕੀਤੀ। ਸਾਰੇ ਸਿੱਖਾਂ ਨੂੰ ਇੱਥੋਂ ਤੱਕ ਤਰੁੱਟ ਕੇ ਸਾਨੂੰ ਸਾਰਿਆਂ ਨੂੰ ਵੀ ਹੁਕਮ ਕੀਤਾ ਕਿ ਭਾਈ ਸਿੱਖੋ ਸ਼ਸਤਰ ਵਿੱਦਿਆ ਲਓ, ਕਿਉਂਕਿ ਬਿਨ ਸ਼ਸਤਰ ਸਿੱਖ ਭੇਟ ਕੀ ਨਿਆਈ। ਬਿਨਾਂ ਸ਼ਸਤਰ ਤੋਂ ਕੀ ਹੈ, ਕੋਈ ਸਿੱਖ ਥੋੜਾ ਹੀ ਨਾ। ਮਹਾਰਾਜ ਨੇ ਬਚਨ ਵੀ ਲਿਖੇ ਸਨ, ਇਤਿਹਾਸ ਵਿੱਚੋਂ ਸਾਨੂੰ ਮਿਲਦਾ ਹੈ ਮੋਰ ਆਗਿਆ ਸੁਣੋ ਤੁਮ ਪਿਆਰੇ, ਬਿਨਾਂ ਸ਼ਸਤਰ ਕੇਸੰਗ ਦਿਓ ਨਾ ਦਿਦਾਰੇ। ਮੈਨੂੰ ਨਹੀਂ ਚੰਗਾ ਲੱਗਦਾ ਸਿੱਖ ਕੇਸਾਂ ਤੋਂ ਤੇ ਸ਼ਸਤਰਾਂ ਤੋਂ ਬਿਨਾਂ ਮੇਰੇ ਸਾਹਮਣੇ ਆ ਕੇ ਖੜ ਜਾਏ। ਸੋ ਮਹਾਰਾਜ ਬੜੀ ਬਖਸ਼ਿਸ਼ ਵਰਤਾਉਂਦੇ ਨੇ ਗੁਰਮੁਖੋ। ਇਹ ਸਾਰੀ ਵਿੱਦਿਆ ਆਪ ਆਪਣੇ ਸਿੱਖਾਂ ਨੂੰ ਦਿੰਦੇ ਨੇ, ਆਪ ਇਹ ਸਾਰੇ ਕਰਤੱਵ ਕਰਦੇ ਨੇ। ਆਪ ਤੇ ਅਸੀਂ ਕਹਿ ਸਕਦੇ ਹਾਂ ਵੀ ਉਹ ਜਨਮ ਤੋਂ ਹੀ ਮਹਾਨ ਨੇ। ਇਹ ਭਾਵੇਂ ਸੰਸਾਰਿਕ ਪੱਧਰ ਤੇ ਕਰਤੱਵ ਕਰ ਰਹੇ ਨੇ, ਪਰੰਤੂ ਉਹਨਾਂ ਲਈ ਨਿਸ਼ਾਨਾ ਲਾਉਣਾ ਕੀ ਹੈ। ਤੇ ਸੱਚਮੁੱਚ ਜਿਨ੍ਹਾਂ ਵਿੱਦਿਆ ਲਈ ਫਿਰ ਭਾਵੇਂ ਕਿੰਨਾ ਹੀ ਦੁਸ਼ਮਣ ਦਾ ਘੇਰਾ ਕਿਉਂ ਨਾ ਪੈ ਗਿਆ ਹੋਵੇ, ਉਹ ਤੋੜ ਕੇ ਨਿਕਲ ਜਾਂਦੇ ਸਨ। ਸੋ ਇਹ ਬੜਾ ਲੰਬੇਰਾ ਇਤਿਹਾਸ ਹੈ। ਕੁਝ ਪੱਖ ਨੇ ਜਿਹੜੇ ਕਿ ਅੱਜ ਸ਼ਸਤਰ ਵਿੱਦਿਆ ਦੇ ਇੱਥੇ ਆਏ ਨੇ ਪ੍ਰਸੰਗ ਵਿੱਚ, ਆਪ ਸੰਗਤਾਂ ਨਾਲ ਸਾਂਝੇ ਕਰਨ ਦੇ ਯਤਨ ਕੀਤੇ ਨੇ। ਅੱਗੇ ਜਿਵੇਂ ਜਿਵੇਂ ਭਾਈ ਸੰਤੋਖ ਸਿੰਘ ਸਾਹਿਬ ਹੋਰਾਂ ਨੇ ਸਾਰੀ ਕੜੀ ਬਣਾ ਕਰਕੇ ਇਤਿਹਾਸ ਲਿਖਿਆ, ਯਤਨ ਕਰਾਂਗੇ ਇਸੇ ਲੜੀ ਨੂੰ ਅੱਗੇ ਤੋਰਨ ਦਾ ਆਉਣ ਵਾਲੇ ਦੀਵਾਨਾਂ ਵਿੱਚ ਵਿਸਤਾਰ ਸਹਿਤ ਸਾਰੀ ਸਾਖੀ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਜੀ। ਅੱਜ ਇੱਥੇ ਹੀ ਗੁਰੂ ਇਤਿਹਾਸ ਦੇ ਵਿਚਾਰ ਨੂੰ ਵਿਸ਼ਰਾਮ ਦਿੰਦੇ ਹਾਂ। ਆਓ ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਹੈ ਅਰੂੜ ਕਬ ਵਹਿਰ ਸਿਧਾਰੈ, ਤੋਮਰ ਗਹਿ ਪਰਮਾਏ ਪ੍ਰਹਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।